ਕੈਪਟਨ ਅਮਰਿੰਦਰ ਸਿੰਘ ਦਾ ਰਾਗ ਡਰੋਨ ਜਿਹੜਾ ਆ ਪਿਛਲੇ ਤਕਰੀਬਨ 5-6 ਮਹੀਨੇ ਤੋਂ ਬਹੁਤ ਜ਼ਿਆਦਾ ਜਪਿਆ ਜਾ ਰਿਹਾ ਸੀਗਾ ਜੀ। ਬਾਰਡਰ ਸਟੇਟ ਆ, ਇਹਨੂੰ ਪਾਕਿਸਤਾਨ ਤੋਂ ਖਤਰਾ ਆ ਹੈ ਨਾ। ਤੁਸੀਂ ਦੁਨੀਆ ਦੀਆਂ ਵੱਡੀਆਂ ਆਪਣੀਆਂ ਤਾਕਤਾਂ ਦੇ ਨਾਲ ਤਾਂ ਤੁਸੀਂ ਉਹਨਾਂ ਦੇ ਬਰਾਬਰ ਹੋਣ ਦੀ ਗੱਲ ਕਰਦੇ ਹੋ। ਤੁਸੀਂ ਇਹ ਕਹਿ ਰਹੇ ਹੋ ਵੀ ਭਾਰਤ ਅਮਰੀਕਾ ਵਾਲੇ ਲੋਕ ਜਿਹੜੇ ਆ ਉਹ ਭਾਰਤ ਆਉਣ ਲਈ ਵੀਜ਼ਾ ਮੰਗਣਗੇ। ਇਦਾਂ ਦੇ ਬਿਆਨ ਵੀ ਸਾਡੇ ਇੱਥੇ ਪਾਰਟੀਆਂ ਦੇ ਲੀਡਰਾਂ ਨੇ ਦਿੱਤੇ ਹੋਏ ਜੀ। ਤੇ ਚਾਈਨਾ ਦੇ ਨਾਲ ਤੁਹਾਡਾ ਮੁਕਾਬਲਾ ਆ, ਜਾਪਾਨ ਦੀ ਟੈਕਨੋਲੋਜੀ ਨਾਲ ਤੁਸੀਂ ਆਪਣੇ ਆਪ ਨੂੰ ਮੁਕਾਬਲਾ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਡਰਾਈ ਜਾਂਦੇ ਆ ਤੁਸੀਂ ਪਾਕਿਸਤਾਨ ਕੋਲੋਂ। ਸ਼ਮਸ਼ੇਰ ਸਿੰਘ ਦੂਲੋ ਨੇ ਇਹ ਗੱਲ ਕਹੀ ਉੱਥੇ ਵੀ ਇਹਨਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ, ਵੀ ਪਹਿਲਾਂ ਘੱਟੋ ਘੱਟ ਜਿਹੜਾ ਤੁਸੀਂ ਆਪਣਾ ਖਲਾਰਾ ਪਾ ਕੇ ਬੈਠੇ ਆ, ਹਰ ਬੰਦਾ ਇੱਥੇ ਇੱਕ ਦੂਏ ਦਾ ਪਜਾਮਾ ਖਿੱਚਣ ਡਿਆ ਆ ਕਾਂਗਰਸੀ ਦਾ, ਵੀ ਉਹ ਤੁਸੀਂ ਪਹਿਲਾਂ ਆਪਣੀ ਜਿਹੜੀ ਘਰੇਲੂ ਲੜਾਈ ਆ ਉਹਨੂੰ ਮੁਕਾ ਕੇ ਫੇਰ ਅੱਗੇ ਵਧਣ ਦੀ ਗੱਲ ਕਰੋ। ਲੀਡਰ ਇਹਨਾਂ ਦਿਨਾਂ ਵਿੱਚ ਬਾਬਿਆਂ ਦੇ ਗੋਡੇ ਨਹੀਂ ਫੜਨਗੇ ਤੇ ਹੋਰ ਜਾਣਗੇ ਕਿੱਥੇ ਜੀ। ਨਹੀਂ ਚਾਹੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਓ ਤੇ ਚਾਹੇ ਤੁਸੀਂ ਸੁਖਬੀਰ ਬਾਦਲ ਦੀ ਗੱਲ ਕਰ ਲਓ, ਇਹਨਾਂ ਦਿਨਾਂ ਵਿੱਚ ਫਿਰ ਇਹਨਾਂ ਨੂੰ ਡੇਰੇ ਲੱਭਦੇ ਆ ਤਾਂ ਬਾਬੇ ਲੱਭਦੇ ਆ। ਕੁਝ ਬਾਬਿਆਂ ਨੂੰ ਪੁਲਿਸ ਲੱਭਦੀ ਫਿਰਦੀ ਆ ਤੇ ਕੁਝ ਬਾਬਿਆਂ ਨੂੰ ਲੀਡਰ ਲੱਭਦੇ ਫਿਰਦੇ ਆ। ਚਾਹੇ ਡੇਰਾ ਰਾਮ ਰਹੀਮ ਦੀ ਗੱਲ ਕਰ ਲਓ, ਚਾਹੇ ਡੇਰਾ ਬਿਆਸ ਦੀ ਗੱਲ ਕਰ ਲਓ, ਚਾਹੇ ਸੁਖਬੀਰ ਸਿੰਘ ਬਾਦਲ ਦਾ ਸੰਤ ਸੀਚੇਵਾਲ ਨੂੰ ਮਿਲਣਾ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਸਾਰੀਆਂ ਮਿਲਣੀਆਂ ਹੈ ਇਹ 2022 ਦੀ ਇਲੈਕਸ਼ਨ ਨੂੰ ਲੈ ਕੇ ਹੀ ਸ਼ਰਮਾ ਜੀ ਇਹ ਸਾਰਾ ਕੁਝ ਹੋ ਰਿਹਾ ਆ। ਜਦੋਂ ਇਹ ਸਰਕਾਰ 2017 ਵਿੱਚ ਹਾਰ ਜਾਂਦੀ ਆ ਜੀ ਤੇ ਸਭ ਨੂੰ ਵੱਡੇ ਲੀਡਰ ਜਿਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਜੀ, ਇਹ ਵੱਡੇ ਤੌਰ ਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਵਿਰੋਧ ਕਰਦੇ ਆ ਵੀ ਕਿ ਤੂੰ ਐਜ ਏ ਪ੍ਰਧਾਨ ਏਡੀ ਮਾੜੀ ਹਾਲਤ ਦੇ ਵਿੱਚ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਆ, ਵੀ ਏਡੀ ਮਾੜੀ ਹਾਲ ਕਦੀ ਵੀ ਨਹੀਂ ਹੋਈ ਸੀਗੀ ਤੇ ਤੂੰ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇ ਪ੍ਰਧਾਨਗੀ। ਭਾਵੇਂ ਕਿ ਇਹਨਾਂ ਦੂਜੀਆਂ ਦੋਨਾਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਨੂੰ ਸਾਰਿਆਂ ਨੂੰ ਪ੍ਰਵਾਨ ਕੀਤਾ ਮੰਨਿਆ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿਚਾਰਾਂ ਦੇ ਵਿੱਚ ਬਖਰੇਵੇਂ ਹੋਣ ਕਰਕੇ ਇਹ ਤਿੰਨੇ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਸੀਗੀ, ਭਾਵੇਂ ਕਿ ਸਰਵਣ ਸਿੰਘ ਪੰਧੇਰ ਨਾਲ ਤਾਂ ਨਹੀਂ ਅੱਜ ਹੋ ਸਕੀ, ਜੋਗਿੰਦਰ ਸਿੰਘ ਉਗਰਾਹਾਂ ਨੇ ਜਿਹੜੀ ਅੱਜ ਮੀਟਿੰਗ ਕੀਤੀ ਤੋਂ ਉਦੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਆ। ਲਗਭਗ ਮੁੱਦੇ ਜਿਹੜੇ ਸੀਗੇ ਜਾਂ ਮੰਗਾਂ ਸੀ ਉਹੀ ਜਿਹੜੀਆਂ ਪਿਛਲੇ ਸਮੇਂ ਤੋਂ ਉਹਨਾਂ ਨੂੰ ਮੰਗੀਆਂ ਜਾ ਰਹੀਆਂ ਜਾਂ ਸਰਕਾਰ ਨੂੰ ਕਹੀਆਂ ਜਾ ਰਹੀਆਂ ਉਹੀ ਤਕਰੀਬਨ ਦੁਹਰਾਈਆਂ ਗਈਆਂ। ਟੋਲ ਪਲਾਜ਼ਿਆਂ ਉੱਤੇ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦੇ ਨੇ ਉਹ ਜਿਹੜੇ ਟੋਲ ਪਲਾਜ਼ਿਆਂ ਦੇ ਰੇਟ ਪੁਰਾਣੇ ਹੀ ਆ, ਅਸੀਂ ਉਹ ਨਵਾਂ ਰੇਟ ਕੋਈ ਨਹੀਂ ਲਾਗੂ ਕੀਤਾ। ਤੇ ਰਹੀ ਗੱਲ ਜਿਹੜੇ ਨੈਸ਼ਨਲ ਹਾਈਵੇ ਦੇ ਨੇ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਆ ਨਿਤਨ ਗਡਕਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹਨੇ ਭਰੋਸਾ ਸਾਨੂੰ ਦੇ ਦਿੱਤਾ ਆ ਵੀ ਨਵੇਂ ਰੇਟ ਨਹੀਂ ਵਧਾਏ ਜਾਣਗੇ, ਪੁਰਾਣੇ ਰੇਟਾਂ ਨਾਲ ਹੀ ਟੋਲ ਪਲਾਜ਼ਿਆਂ ਦੀ ਦੁਬਾਰਾ ਚਿੱਠੀ ਆ ਜਾਊਗੀ ਤੇ ਪੁਰਾਣੇ ਰੇਟਾਂ ਤੇ ਹੀ ਟੋਲ ਪਲਾਜ਼ੇ ਚਲਾਏ ਜਾਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਅਸੀਂ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਸਾਡੇ ਜੋ ਕੁਝ ਜਿਹੜਾ ਚੀਜ਼ਾਂ ਸਾਨੂੰ ਰਾਜਨੀਤੀ ਦੀਆਂ, ਸਮਾਜ ਦੀਆਂ, ਫਾਈਨਾਂਸ ਦੀਆਂ, ਇਕੋਨਮੀ ਦੀਆਂ, ਆਲੇ ਦੁਆਲੇ ਦੀਆਂ, ਰਾਸ਼ਟਰ ਦੀਆਂ, ਅੰਤਰਰਾਸ਼ਟਰੀ ਜੋ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਅਤ ਅਹਿਮ ਨੇ, ਬਹੁਤ ਜ਼ਰੂਰੀ ਨੇ ਜਾਂ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਜਿਹੜੀ ਆ ਉਹ ਬਣਦੀ ਆ, ਇਹੋ ਜਿਹੀਆਂ ਘਟਨਾਵਾਂ 'ਤੇ ਅਸੀਂ ਚਰਚਾ ਕਰਦੇ ਹਾਂ। ਅਤੇ ਅੱਜ ਇਸ ਚਰਚਾ ਦੇ ਵਿੱਚ ਮੇਰੇ ਨਾਲ ਸਾਥ ਨਿਭਾਉਣਗੇ ਜਾਂ ਮੈਨੂੰ ਇਹਨਾਂ ਘਟਨਾਵਾਂ ਦੀ ਪੂਰੀ ਜਾਣਕਾਰੀ ਜਿਹੜੀ ਦੇਣਗੇ ਗੁਰਨਾਮ ਸਿੰਘ ਜੀ ਬਿਲਗਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਬਿਲਗਾ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਦੀ ਸਾਰੀ ਤਫਸੀਲ ਦਈਏ, ਅੱਜ ਦੀ ਜਿਹੜੀ ਵੱਡੀ ਘਟਨਾ ਆ ਉਹ ਹੈ ਇੱਕ ਅਦਾਲਤੀ ਕੰਪਲੈਕਸ ਦੇ ਵਿੱਚ ਲੁਧਿਆਣੇ ਇੱਕ ਬੰਬ ਧਮਾਕੇ ਦਾ ਹੋ ਜਾਣਾ। ਕੁਛ ਗੱਲੋਂ ਚੰਗਾ ਰਿਹਾ ਕਿ ਰਸ਼ ਘੱਟ ਸੀ, ਵਕੀਲਾਂ ਦੀ ਹੜਤਾਲ ਸੀ, ਪਰ ਫਿਰ ਵੀ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਆ ਉਹ ਵੱਡਾ ਹੋਇਆ। ਕੀ ਸੀ ਉਹ ਅੱਜ ਦੀ ਘਟਨਾ ਤੇ ਕਿਵੇਂ ਉਹ ਵਾਪਰਿਆ ਤੇ ਕੀ ਤੁਸੀਂ ਇਸ ਘਟਨਾ ਨੂੰ ਸਿਰਫ ਇੱਕ ਧਮਾਕੇ ਦੇ ਤੌਰ ਤੇ ਦੇਖਦੇ ਆ ਜਾਂ ਜਿਸ ਤਰ੍ਹਾਂ ਅਸੀਂ ਰੋਜ਼ ਜ਼ਿਕਰ ਕਰਦੇ ਹਾਂ ਕਿ ਜਦੋਂ ਚੋਣਾਂ ਆਉਂਦੀਆਂ ਨੇ ਤੇ ਘਟਨਾਵਾਂ ਅਜਿਹੇ ਤਰੀਕੇ ਨਾਲ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਜਿਨ੍ਹਾਂ ਦਾ ਸਾਨੂੰ ਅੰਦਾਜ਼ਾ ਨਹੀਂ ਹੁੰਦਾ, ਜਿਹੋ ਜਿਹੀ ਸਾਡੇ ਕੋਈ ਦਿਮਾਗ ਦੇ ਵਿੱਚ ਕੋਈ ਖਲਲ ਨਹੀਂ ਹੁੰਦਾ ਕਿ ਇੱਦਾਂ ਵੀ ਹੋ ਸਕਦਾ ਹੈ। ਅਸਲ ਦੇ ਵਿੱਚ ਤੇ ਘਟਨਾ ਕਹਿੰਦੇ ਹੀ ਉਹਨੂੰ ਆ ਜਿਹਦੇ ਬਾਰੇ ਪਹਿਲਾਂ ਕਿਆਸ ਅਰਾਈ ਨਾ ਲਾਈ ਹੋਵੇ। ਤੇ ਫਿਰ ਦੱਸਿਓ ਜੀ ਅੱਜ ਲੁਧਿਆਣੇ ਕੀ ਹੋਇਆ ਤੇ ਕਿਵੇਂ ਹੋਇਆ। ਜੀ ਸ਼ਰਮਾ ਜੀ, ਪਹਿਲੀ ਨਜ਼ਰੇ ਤਾਂ ਆਪਾਂ ਉਹ ਗੱਲ ਕਰਾਂਗੇ ਜੋ ਹੁਣ ਤੱਕ ਲੁਧਿਆਣੇ ਤੋਂ ਖਬਰਾਂ ਆਈਆਂ ਨੇ ਤੇ ਜੋ ਹੁਣ ਤੱਕ ਆਪਣੇ ਕੋਲ ਜਾਣਕਾਰੀ ਆ
ਉਸ ਤੋਂ ਬਾਅਦ ਫਿਰ ਆਪਾਂ ਅੰਤਲੇ ਹਿੱਸੇ 'ਚ ਗੱਲ ਕਰਾਂਗੇ ਕਿ ਇਹਨਾਂ ਖਬਰਾਂ ਦੇ ਪਿੱਛੇ ਜਾਂ ਇਹਨਾਂ ਘਟਨਾਵਾਂ ਦੇ ਪਿੱਛੇ ਕਿ ਕੋਈ ਹੋਰ ਜਿਹੜਾ ਇੱਕ ਦ੍ਰਿਸ਼ ਹੁੰਦਾ ਆ, ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ। ਜੀ, ਤੁਸੀਂ ਗੱਲ ਕਰ ਰਹੇ ਆ ਲੁਧਿਆਣਾ ਦਾ ਅਦਾਲਤੀ ਕੰਪਲੈਕਸ, ਜਿਹਨੂੰ ਮਿੰਨੀ ਸਕੱਤਰੇਤ ਕਹਿੰਦੇ ਆ। ਜੀ, ਮੈਂ ਆਪ ਖੁਦ ਉੱਥੇ ਕਈ ਵਾਰੀ ਆਮ ਕੰਮਾਂ ਕਾਰਾਂ ਲਈ ਉੱਥੇ ਜਾਂਦਾ ਰਿਹਾ ਆ। ਜੀ, ਤੇ ਤੀਜੀ ਮੰਜ਼ਲ ਦੇ ਵਿੱਚ ਦੱਸਿਆ ਜਾਂਦਾ, ਜੋ ਹੁਣ ਤੱਕ ਦੀ ਜਾਣਕਾਰੀ ਆਈ ਆ, ਬਈ ਉੱਥੇ ਇੱਕ ਸਾਹਮਣੇ ਜਿਵੇਂ ਕਿ ਅਦਾਲਤ ਦੇ ਵਿੱਚ ਕੋਰਟਾਂ ਨੇ, ਜੱਜਾਂ ਦੇ ਜਿਹੜੇ ਰੂਮ ਬਣੇ ਹੋਏ ਨੇ, ਅਦਾਲਤਾਂ ਬਣੀਆਂ ਹੋਈਆਂ ਨੇ, ਉਹਦੇ ਅੱਗੇ ਦੀ ਗੈਲਰੀ ਤੇ ਗੈਲਰੀ ਦੇ ਅਗਲੀ ਸਾਈਡ ਦੇ ਉੱਤੇ ਜਿੱਦਾਂ ਅਹਿਲਮੰਦ ਜਾਂ ਰੀਡਰ ਸਟਾਫ ਜਿਹੜਾ ਅਮਲਾ ਅਦਾਲਤ ਕੰਪਲੈਕਸ ਦੇ ਵਿੱਚ ਜਾਂ ਅਦਾਲਤਾਂ ਨੂੰ ਚਲਾਉਂਦਾ ਆ, ਜੀ, ਤੇ ਉਹਦੀ ਇੱਕ ਸਾਈਡ ਤੇ ਜਾ ਕੇ ਇੱਕ ਬਾਥਰੂਮ ਆ, ਜਿੱਥੋਂ ਕਿ ਹੁਣ ਤੱਕ ਦੀ ਜਿਹੜੀ ਖਬਰ ਆ ਰਹੀ ਆ ਵੀ ਉਹ ਬਾਥਰੂਮ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ, ਜਿਹੜੇ ਧਮਾਕੇ ਦੇ ਨਾਲ ਪੂਰੀ ਉਹ ਕੰਪਲੈਕਸ ਜਿਨ੍ਹਾਂ ਨੇ ਵੀ ਦੇਖਿਆ ਹੋਊਗਾ ਤਾਂ ਉਹ ਸ਼ੀਸ਼ੇ ਜਿਹੜੇ ਆ ਉਹਦੇ ਦੂਰ ਦੂਰ ਤੱਕ ਜਿਹੜੀਆਂ ਖਿੜਕੀਆਂ ਸਾਰੀਆਂ ਖਿਲਰ ਗਈਆਂ। ਏਡਾ ਬੰਬ ਧਮਾਕਾ ਜੇ ਆਪਾਂ ਹੁਣ ਪਿਛਲੇ ਸਮੇਂ 'ਚ ਝਾਤ ਮਾਰੀਏ ਤੇ ਉਹ ਆਪਾਂ ਨੂੰ ਨੇੜੇ ਤੇੜੇ ਕੋਈ ਇਦਾਂ ਦਾ ਨਹੀਂ ਦਿਸਦਾ ਹਜੇ। ਜੀ, ਤੇ ਜੋ ਹੁਣ ਤੱਕ ਦੀ ਉੱਥੇ ਅਧਿਕਾਰਤ ਤੌਰ ਤੇ ਤਾਂ ਹਜੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ। ਖਬਰਾਂ ਇਹ ਸੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ, ਡਿਪਟੀ ਮੁੱਖ ਮੰਤਰੀ ਰੰਧਾਵਾ, ਉਹ ਵੀ ਮੌਕੇ ਤੇ ਪੁੱਜੇ ਨੇ। ਪੁਲਿਸ ਨੇ ਜਿਹੜਾ ਕਾਰਡਨ ਕਰਤਾ ਏਰੀਆ ਸਾਰਾ, ਕਿਸੇ ਨੂੰ ਵੀ ਜਾਣ ਦੀ ਉੱਥੇ ਜਿਹੜੀ ਆ ਪਰਮਿਸ਼ਨ ਨਹੀਂ ਹੈਗੀ। ਸ਼ੁਰੂਆਤੀ ਦੌਰ ਦੇ ਵਿੱਚ ਕੁਝ ਮੀਡੀਆ ਦੇ ਕਰਮੀ ਉੱਥੇ ਪਹੁੰਚੇ ਸਨ ਤੇ ਕੁਝ ਮੀਡੀਆ ਨੂੰ ਫਿਰ ਬਾਹਰ ਰੋਕ ਲਿਆ ਗਿਆ ਤੇ ਉੱਥੇ ਮੀਡੀਆ ਤੇ ਪੁਲਿਸ ਦੀ ਆਪਸ ਵਿੱਚ ਇਸ ਗੱਲੋਂ ਝੜਪ ਵੀ ਹੋਈ ਵੀ ਸਾਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ। ਇਸ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਵਕਤ ਉੱਥੋਂ ਜਿਹੜੀ ਆ ਪੂਰੀ ਤਰ੍ਹਾਂ ਕੰਪਲੈਕਸ ਖਾਲੀ ਕਰਾ ਲਿਆ ਗਿਆ ਆ। ਵਕੀਲਾਂ ਦੀ ਹੜਤਾਲ ਹੋਣ ਕਾਰਨ ਰੌਣਕ ਤਾਂ ਥੋੜੀ ਉੱਥੇ ਪਹਿਲਾਂ ਆਮ ਦੇ ਨਾਲੋਂ ਘੱਟ ਸੀਗੀ, ਪਰ ਫਿਰ ਵੀ ਜਿਹੜੇ ਉੱਥੇ ਮੌਜੂਦ ਸਨ ਕੁਝ ਵਕੀਲ ਭਾਈਚਾਰੇ ਚੋਂ ਕੁਝ ਸੱਜਣ ਪਿਆਰੇ, ਮੇਰੀ ਉਹਨਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਉਸ ਵੇਲੇ ਏਦਾਂ ਦਾ ਮਾਹੌਲ ਪੈਦਾ ਹੋ ਗਿਆ ਸੀ ਵੀ ਇਹ ਲੱਗ ਰਿਹਾ ਸੀ ਕਿ ਇੱਕ ਤੋਂ ਬਾਅਦ ਸ਼ਾਇਦ ਕੋਈ ਇੱਕ ਏਦਾਂ ਦਾ ਹੋਰ ਧਮਾਕਾ ਹੋਵੇਗਾ। ਭਗਦੜ ਜਿਹੜੀ ਮਚ ਗਈ ਆ। ਜਿਸ ਸ਼ਖਸ ਨਾਲ ਮੇਰੀ ਗੱਲ ਹੋਈ ਉਹਨਾਂ ਦੱਸਿਆ ਕਿ ਇੱਕ ਜਿਹੜਾ ਇਨਸਾਨ ਦੀ ਹਾਲਤ ਤਾਂ ਇੰਨੀ ਮਾੜੀ ਸੀਗੀ, ਕਹਿ ਸਕਦੇ ਉਸ ਲਾਸ਼ ਦੀ, ਵੀ ਬਿਲਕੁਲ ਉਹ ਖਿਲਰ ਚੁੱਕਾ ਸੀਗਾ। ਤੇ ਜੋ ਉਹਨਾਂ ਨੇ ਮਤਲਬ ਉੱਥੇ ਮੌਕੇ ਤੇ ਜਾਣਕਾਰੀ ਜਿੰਨੀ ਕੋ ਦੇ ਸਕੇ ਨੇ ਸਾਨੂੰ, ਤੇ ਉਦੋਂ ਤੱਕ ਖਬਰ ਇਹ ਆ ਰਹੀ ਸੀ ਕਿ 2 ਬੰਦਿਆਂ ਦੇ ਇਸ ਜਹਾਨ ਛੱਡਣ ਦੀ ਖਬਰ ਆ ਰਹੀ ਆ, ਪਰ ਅਧਿਕਾਰਤ ਤੌਰ ਤੇ ਹਜੇ ਤੱਕ ਵੀ ਕੋਈ ਮਹਿਕਮੇ ਵੱਲੋਂ, ਡਿਪਾਰਟਮੈਂਟ ਵੱਲੋਂ, ਪੁਲਿਸ ਵੱਲੋਂ, ਸਰਕਾਰ ਵੱਲੋਂ ਹਜੇ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ। ਪਰ ਇਸ ਘਟਨਾਕ੍ਰਮ ਨੇ ਪੂਰੇ ਲੁਧਿਆਣੇ ਸ਼ਹਿਰ ਨੂੰ ਨਹੀਂ, ਪੂਰੇ ਪੰਜਾਬ ਨੂੰ ਇਸ ਵਕਤ ਹਿਲਾ ਕੇ ਰੱਖ ਦਿੱਤਾ ਆ। ਇਹ ਹੁਣ ਇਹਦੇ ਵਿੱਚ ਪਿੱਛੇ ਕੀ ਵਾਪਰਿਆ, ਕਿਵੇਂ ਵਾਪਰਿਆ ਆ, ਇਹ ਜਾਂਚ ਦਾ ਇੱਕ ਵਿਸ਼ਾ ਹੈਗਾ ਆ। ਬਹੁਤ ਹੀ ਜ਼ਿਆਦਾ ਉਹ ਸੁਰੱਖਿਆ ਦੇ ਵਿੱਚ ਸ਼ਹਿਰ ਦੇ ਮਤਲਬ ਸੈਂਟਰ ਦੇ ਵਿੱਚ ਇਹ ਕੰਪਲੈਕਸ ਪੈਂਦਾ ਆ। ਕਿਵੇਂ ਉੱਥੇ ਤੱਕ ਇਹ ਬੰਬ ਧਮਾਕੇ ਦਾ ਹੋ ਜਾਣਾ, ਕਿਵੇਂ ਉੱਥੇ ਤੱਕ ਬੰਬ ਪਹੁੰਚਿਆ ਆ, ਕੌਣ ਲੈ ਕੇ ਗਿਆ ਆ, ਰਾਤ ਦੇ ਹਨੇਰੇ 'ਚ ਗਿਆ ਆ, ਸਵੇਰੇ ਗਿਆ ਆ, ਇਹ ਕਿੱਦਾਂ ਦੀਆਂ ਘਟਨਾਵਾਂ, ਇਹ ਸਾਰੀਆਂ ਜਾਂਚ ਦਾ ਵਿਸ਼ਾ ਨੇ, ਮੰਗਦੀਆਂ ਨੇ। ਪਰ ਜੋ ਹਾਲਾਤ ਉੱਥੇ ਸਹਿਮ ਇਸ ਵਕਤ ਪੂਰੇ ਸ਼ਹਿਰ ਦੇ ਵਿੱਚ ਬਿਲਕੁਲ ਜ਼ਿਆਦਾ ਇਸ ਵੇਲੇ ਬਣਿਆ ਹੋਇਆ। ਜੀ ਸ਼ਰਮਾ ਜੀ। ਬਿਲਕੁਲ ਸਾਹਿਬ, ਇਹ ਤਾਂ ਸੀਗੀ ਇੱਕ ਖਬਰ ਜੋ ਅੱਜ ਦੀ ਘਟਨਾ ਆ। ਇਹਦੇ ਹੋਰ ਸਿੱਟੇ ਕੀ ਹੋਣਗੇ, ਇਹੋ ਜਿਹਾ ਵਾਪਰਨ ਦੇ ਪਿੱਛੇ ਕੀ ਉਹ ਜਿਹੜਾ ਆਉਣ ਵਾਲਾ ਸਮਾਂ ਆ, ਜਿਹਦੇ ਕਰਕੇ ਅਸੀਂ ਬਹੁਤ ਦਿਨਾਂ ਤੋਂ ਇਹ ਗੱਲਾਂ ਪਹਿਲਾਂ ਵੀ ਕਰਦੇ ਹਾਂ ਕਿ ਹਾਲਾਤ ਜਿਹੜੇ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਅਕਸਰ ਕੀਤੀ ਜਾਂਦੀ ਹੈ। ਜੇ ਪਿਛਲੇ ਹਫ਼ਤੇ ਦੀਆਂ ਹੀ ਗੱਲਾਂ ਕਰੀਏ ਤਾਂ 2 ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਦੇ ਨਾਲ ਸਾਡੀ ਸਮੱਸਿਆ ਜਿਹੜੀ ਆ ਉਹ ਫਿਰ ਇੱਕ ਵਾਰ ਗੰਭੀਰ ਹੋਈ ਅਤੇ ਪੰਜਾਬ ਨੂੰ ਅਸੀਂ ਕਿਸੇ ਹੋਰ ਨਜ਼ਰੀਏ ਤੋਂ ਦੇਖਣਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਾਲ ਤੋਂ ਵੀ ਲੰਬਾ ਸਮਾਂ ਕਿਸਾਨ ਅੰਦੋਲਨ ਚੱਲਦਾ ਰਿਹਾ। ਜਿਵੇਂ ਹੀ ਉਹ ਅੰਦੋਲਨ ਖਤਮ ਹੋਇਆ, ਪੰਜਾਬ ਦੇ ਵਿੱਚ ਸਾਰਾ ਕੁਝ ਵਾਪਸ ਆਇਆ, ਚੋਣਾਂ ਦੇ ਦਿਨ ਨੇੜੇ ਆਏ, 2 ਬੇਅਦਬੀ ਦੀਆਂ ਘਟਨਾ ਅਤੇ ਤੀਸਰੀ ਅੱਜ ਦੀ ਘਟਨਾ। ਅਤੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰਾਗ ਪਾਕਿਸਤਾਨੀ ਸੀ ਜਾਂ ਰਾਗ ਡਰੋਨ ਸੀ, ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾਊਗਾ? ਸ਼ਰਮਾ ਜੀ, ਤੁਸੀਂ ਇੱਕੋ ਸ਼ੇਅਰ ਸੁਣਾਉਂਦੇ ਹੁੰਦੇ ਆ ਵੀ ਕਵੀ ਦੀ ਗੱਲ ਜਿਹੜੀ ਵੀ ਦੇਖੋ ਕਿਤੇ ਸ਼ਹਿਰ ਚੁਣਾਂ ਤੇ ਨਹੀਂ ਆਉਣ ਵਾਲੇ, ਚੋਣਾਂ ਤੇ ਨਹੀਂ ਹੋਣ ਵਾਲੀਆਂ ਜੀ। ਉਹ ਗੱਲਾਂ ਨੂੰ ਵਾਕਿਆ ਹੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਤੁਹਾਨੂੰ ਥੋੜਾ ਜਿਹਾ ਇਸ ਨੂੰ ਮੈਂ ਪਿੱਛੇ ਲੈ ਕੇ ਜਾਵਾਂ ਤੇ 2019 14 ਫਰਵਰੀ ਦਾ ਦਿਨ ਸੀ। ਉਸ ਵੇਲੇ ਤੱਕ ਹਾਲਾਤ ਦੇਸ਼ ਵਿੱਚ ਇਦਾਂ ਦੇ ਸੀਗੇ ਕਿ ਸੱਤਾਧਾਰੀ ਪਾਰਟੀ ਜਿਹੜੀ ਸੀਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਉਂਦੀ ਨਹੀਂ ਸੀ ਦਿਸ ਰਹੀ, ਜਿਹੜੀਆਂ ਕਿ ਬਾਅਦ ਵਿੱਚ ਰਿਪੋਰਟਾਂ ਇਦਾਂ ਦੀਆਂ ਵੀ ਛਪੀਆਂ, ਬਹੁਤ ਇੰਟਰਨੈਸ਼ਨਲ ਮੀਡੀਆ 'ਚ ਵੀ ਗੱਲਾਂ ਗਈਆਂ, ਵਿਰੋਧੀ ਪਾਰਟੀਆਂ ਵੀ ਇਸ ਨੂੰ ਲੈ ਕੇ ਗੱਲਾਂ ਕਰਦੀਆਂ ਰਹੀਆਂ। ਤਾਂ 14 ਫਰਵਰੀ ਨੂੰ ਪੁਲਵਾਮਾ ਦੀ ਘਟਨਾ ਵਾਪਰਦੀ ਆ। ਪੁਲਵਾਮਾ ਦੀ ਘਟਨਾ ਦੇ ਵਿੱਚ ਕੋਈ 40 ਦੇ ਕਰੀਬ ਜਿਹੜੇ ਆ ਸਾਡੇ ਨੌਜਵਾਨ ਜਿਹੜੇ ਉਹ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਆ। ਉਹ ਦਿਨ ਦੇਖੋ ਤੇ ਉਸ ਤੋਂ ਬਾਅਦ ਮਈ ਦੀਆਂ ਤੁਸੀਂ ਭਾਰਤ ਦੀਆਂ ਚੋਣਾਂ ਦੇਖੋ, ਉਹਨਾਂ ਵਿੱਚ ਬਿਲਕੁਲ ਇੱਕਦਮ ਹਾਲਾਤ ਬਦਲ ਗਏ ਸਨ। ਭਾਵੇਂ ਕਿ ਵੱਖ-ਵੱਖ ਪਾਰਟੀਆਂ ਜਿਹੜੀਆਂ ਆ ਉਹ ਇਸ਼ਾਰੇ
ਕਰਦੀਆਂ ਰਹੀਆਂ ਆ, ਕੋਈ ਕਿਸੇ ਵੱਲ ਨੂੰ ਕੋਈ ਕਿਸੇ ਵੱਲ ਨੂੰ। ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੀ ਰਾਜਨੀਤੀ ਦੇ ਨਾਲ ਵੀ ਜੁੜੀਆਂ ਹੋਈਆਂ ਹਨ। ਜਿਵੇਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਰਾਗ ਡਰੋਨ ਜਿਹੜਾ ਆ ਪਿਛਲੇ ਤਕਰੀਬਨ 5-6 ਮਹੀਨੇ ਤੋਂ ਉਹ ਬਹੁਤ ਜ਼ਿਆਦਾ ਜਪਿਆ ਜਾ ਰਿਹਾ ਸੀਗਾ ਜੀ। ਕਿ ਬਾਰਡਰ ਸਟੇਟ ਆ, ਇਹਨੂੰ ਪਾਕਿਸਤਾਨ ਤੋਂ ਖਤਰਾ ਆ, ਹੈ ਨਾ। ਤੁਸੀਂ ਦੁਨੀਆ ਦੀਆਂ ਵੱਡੀਆਂ ਆਪਣੀਆਂ ਤਾਕਤਾਂ ਦੇ ਨਾਲ ਤਾਂ ਤੁਸੀਂ ਉਹਨਾਂ ਦੇ ਬਰਾਬਰ ਹੋਣ ਦੀ ਗੱਲ ਕਰਦੇ ਹੋ। ਤੁਸੀਂ ਇਹ ਕਹਿ ਰਹੇ ਹੋ ਬਈ ਅਮਰੀਕਾ ਵਾਲੇ ਲੋਕ ਜਿਹੜੇ ਆ ਉਹ ਭਾਰਤ ਆਉਣ ਲਈ ਵੀਜ਼ਾ ਮੰਗਣਗੇ। ਇਦਾਂ ਦੇ ਬਿਆਨ ਵੀ ਸਾਡੇ ਇੱਥੇ ਪਾਰਟੀਆਂ ਦੇ ਲੀਡਰਾਂ ਨੇ ਦਿੱਤੇ ਹੋਏ ਨੇ ਜੀ। ਤੇ ਚਾਈਨਾ ਦੇ ਨਾਲ ਤੁਹਾਡਾ ਮੁਕਾਬਲਾ ਆ, ਜਾਪਾਨ ਦੀ ਟੈਕਨੋਲੋਜੀ ਨਾਲ ਤੁਸੀਂ ਆਪਣੇ ਆਪ ਨੂੰ ਮੁਕਾਬਲਾ ਕਰਨਾ ਚਾਹੁੰਦੇ ਆ, ਤੇ ਲੋਕਾਂ ਨੂੰ ਡਰਾਈ ਜਾਂਦੇ ਆ ਤੁਸੀਂ ਪਾਕਿਸਤਾਨ ਕੋਲੋਂ, ਜਿਹੜਾ ਕਿ ਆਪਣੇ ਨਿਜ਼ਾਮ ਵਿੱਚ ਹੀ 2-4 ਹਰ ਵੇਲੇ ਹੁੰਦਾ ਰਹਿੰਦਾ ਆ। ਇਸ ਕਰਕੇ ਇਹ ਘਟਨਾਵਾਂ ਦੇ ਪਿੱਛੇ ਕੁਝ ਇਲੈਕਸ਼ਨਾਂ ਨੂੰ ਲੈ ਕੇ ਕੁਝ ਹੋਰ ਵੀ ਦੇਖਿਆ ਜਾ ਰਿਹਾ ਆ, ਜਿਹਦੇ ਵਿੱਚ ਪਿਛਲੇ ਦਿਨਾਂ ਤੋਂ ਵੀ ਆਪਾਂ ਗੱਲ ਕਰਦੇ ਆ ਰਹੇ ਹਾਂ। ਭਾਵੇਂ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਘਟਨਾ ਵਾਪਰਨੀ, ਕਪੂਰਥਲਾ ਦੇ ਵਿੱਚ ਘਟਨਾ ਵਾਪਰਨੀ, ਦਿੱਲੀ ਦੀ ਅਦਾਲਤ ਵਿੱਚ ਵੀ ਸ਼ਰਮਾ ਜੀ ਥੋੜੇ ਦਿਨ ਪਹਿਲਾਂ ਇੱਕ ਗੋਲੀ ਚੱਲੀ ਸੀਗੀ, ਚਾਹੇ ਕਿ ਉਹ ਗੈਂਗਸਟਰ ਵਗੈਰਾ ਦਾ ਇਦਾਂ ਦਾ ਕੋਈ ਮੈਟਰ ਸੀਗਾ। ਪਰ ਮਾਹੌਲ ਜਿਹੜਾ ਆ ਇਸ ਵਕਤ ਚੋਣਾਂ ਨੂੰ ਲੈ ਕੇ ਇਹਨਾਂ ਘਟਨਾਵਾਂ ਦੇ ਨਾਲ ਜੋੜ ਕੇ ਦੇਖਣਾ ਜਿਹੜਾ ਆ ਉਹ ਬਣਦਾ ਆ, ਕਿਉਂਕਿ ਤੁਸੀਂ ਦੱਸਿਆ ਕਿ 1 ਸਾਲ ਜਿੰਨਾ ਚਿਰ ਕਿਸਾਨ ਅੰਦੋਲਨ ਦਿੱਲੀ ਦੇ ਦਰਵਾਜ਼ਿਆਂ ਤੇ ਬੈਠਾ ਰਿਹਾ ਤੇ ਪੰਜਾਬ ਦਾ ਮਾਹੌਲ ਉਸ ਵੇਲੇ ਤੱਕ ਕੋਈ ਸਵਾਲ ਪੁੱਛਣ ਵਾਲਾ ਨਹੀਂ ਸੀ, ਪੰਜਾਬ ਵਿੱਚ ਕੋਈ ਮੰਗ ਮੰਗਣ ਵਾਲਾ ਨਹੀਂ ਸੀਗਾ, ਕੋਈ ਕੰਮ ਸਰਕਾਰ ਨੂੰ ਪੁੱਛਣ ਵਾਲਾ ਨਹੀਂ ਸੀਗਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਆ ਕਿ ਕਿਤੇ ਨਾ ਕਿਤੇ ਚੋਣਾਂ ਦਾ ਮਾਹੌਲ ਜਿਹੜਾ ਆ ਉਹਨੂੰ ਗਰਮਾਉਣ ਲਈ ਕੋਈ ਨਾ ਕੋਈ ਤਾਕਤਾਂ ਜਿਹੜੀਆਂ ਪਿੱਛੇ ਆ ਉਹ ਇਹਨਾਂ ਘਟਨਾਵਾਂ ਦੇ ਪਿੱਛੇ ਹੋ ਸਕਦੀਆਂ ਆ। ਹੁਣ ਦੇਖਦੇ ਆ ਕਿ ਜਾਂਚ ਏਜੰਸੀਆਂ ਇਹਦੇ ਵਿੱਚੋਂ ਕੀ ਕੱਢ ਕੇ ਲਿਆਉਂਦੀਆਂ, ਕੀ ਲੱਭ ਕੇ ਲਿਆਉਂਦੀਆਂ, ਤੇ ਕਿੰਨੇ ਜਿਹੜੇ ਇਨਸਾਨ ਆ ਇਸ ਘਟਨਾ ਦੇ ਵਿੱਚ ਜਿਹੜੀ ਖਬਰ ਉਹ ਆਉਂਦੀ ਆ ਵੀ ਉਹ ਫੱਟੜ ਨੇ, ਕਿੰਨੇ ਫੱਟੜ ਨੇ ਜਾਂ ਕਿੰਨੇ ਇਸ ਜਹਾਨ ਤੋਂ ਰੁਖਸਤ ਕਰ ਚੁੱਕੇ ਨੇ, ਇਹ ਥੋੜੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ। ਪਰ ਇਹਦੇ ਪਿੱਛੇ ਇੱਕ ਰਾਜਨੀਤਿਕ ਤੌਰ ਤੇ ਲੱਗ ਰਹੀ ਆ ਇਦਾਂ ਦੀ ਗੱਲਬਾਤ ਵੀ ਚੋਣਾਂ ਦਾ ਮਾਹੌਲ ਜਿਹੜਾ ਆ ਉਹ ਗਰਮਾਉਣ ਲਈ ਕੋਈ ਨਾ ਕੋਈ ਤਾਕਤਾਂ ਆਪਣੀ ਤਾਕਤ ਦੀ ਵਰਤੋਂ ਜ਼ਰੂਰ ਕਰ ਰਹੀਆਂ। ਬਿਲਗਾ ਸਾਹਿਬ, ਤੁਸੀਂ ਗੱਲ ਕਰਦੇ ਸੀ ਪਾਕਿਸਤਾਨ ਦੀ, ਉਹਨਾਂ ਦੇ ਹਾਲਾਤ ਵਾਕਈ ਬਹੁਤ ਖਰਾਬ ਨੇ। ਉਹਨਾਂ ਨੂੰ ਅੱਜ ਕਈ ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਦੇ ਦਿੱਤਾ। ਹੁਣ ਦੇਖਣਾ ਪਊਗਾ ਉਹ ਖਰਚਦੇ ਕਿੱਥੇ ਨੇ ਕਿ ਨਹੀਂ, ਕਿੱਥੇ ਖਰਚਦੇ ਨੇ। ਅੱਛਾ, ਇਸ ਤੋਂ ਬਾਅਦ ਆਪਾਂ ਅਗਲੀ ਗੱਲ ਖਬਰ ਦੀ ਕਰ ਲੈਣੀ ਆ। ਉਹ ਖਬਰ ਇਹ ਆ ਕਿ ਪੰਜਾਬ ਕਾਂਗਰਸ ਦੇ ਵਿੱਚ ਕਮੇਟੀਆਂ ਬਣ ਗਈਆਂ ਚੋਣਾਂ ਨੂੰ ਲੈ ਕੇ, ਤੇ ਉਹਨਾਂ ਦੀ ਇੱਕ ਦਿੱਲੀ 'ਚ ਹੋਈ ਮੀਟਿੰਗ ਤੇ ਉੱਥੇ ਕੋਈ ਨਵੀਆਂ ਸਲਾਹਾਂ ਹੋਈਆਂ। ਕੀ ਕਹਿੰਦੇ ਆ ਜੀ ਪੰਜਾਬ ਕਾਂਗਰਸ ਦੇ ਨੁਮਾਇੰਦੇ? ਕੋਈ ਟਿਕਟ ਟੁਕਟ ਵੰਡੀ ਕੇ ਹਾਲੇ ਸਲਾਹਾਂ ਹੀ ਕਰੀ ਜਾਂਦੇ ਆ ਜੀ? ਅਜੇ ਤਾਂ ਉਹ ਸ਼ਰਮਾ ਜੀ ਤੁਸੀਂ ਗੱਲ ਹੁਣ ਛੇੜ ਲਈ ਆ ਕਾਂਗਰਸ ਦੀ, ਤੇ ਕੰਪੇਨ ਕਮੇਟੀ ਦੇ ਚੇਅਰਮੈਨ ਲੱਗੇ ਆ ਸੁਨੀਲ ਜਾਖੜ ਜੀ, ਜਿਹੜੇ ਕਿ ਪਿਛਲੇ ਦਿਨੀ ਇੱਥੇ ਵਿੱਚ ਵੀ ਆਏ ਸੀ ਤੇ ਉਹਨੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀਗਾ ਉਹ ਕਾਂਗਰਸੀਓ ਮੇਰੇ ਵੱਲ ਧਿਆਨ ਕਰੋ। ਘੱਟੋ ਘੱਟ ਆ ਜਿਹੜੇ 32 ਲੀਡਰ ਨੇ, ਜਿਹੜੇ 40 ਲੀਡਰ ਦਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਲੜਾਈ ਜਿੱਤ ਕੇ ਆਇਆ, ਉਹਨਾਂ ਲਈ ਦੇਖ ਲਓ ਵੀ ਉਹਨਾਂ ਦੇ ਭਾਵੇਂ ਲੱਖ ਆਪਸੀ ਵੀ ਬਖਰੇਵੇਂ ਹੋਣ, ਪਰ ਉਹ ਲੜਾਈ ਜਿੱਤਣ ਲਈ ਸਰਕਾਰ ਦੇ ਨਾਲ ਇਕੱਠੇ ਹੋ ਕੇ ਲੜੇ ਨੇ। ਵੀ ਜੇ ਪੰਜਾਬ ਦੇ ਵਿੱਚ ਤੁਸੀਂ 2022 ਦੀ ਇਲੈਕਸ਼ਨ ਜਿੱਤਣੀ ਤਾਂ ਘੱਟੋ ਘੱਟ ਆਪਣੀਆਂ ਜਿਹੜੀਆਂ ਮਤਭੇਦ ਭੁਲਾ ਕੇ ਹੁਣ ਇਕੱਠੇ ਹੋ ਜਾਓ ਜੀ। ਪਰ ਇਸ ਦੀ ਮੀਟਿੰਗ ਜੋ ਦਿੱਲੀ ਵਿੱਚ ਹੁੰਦੀ ਹੈ, ਇੱਥੇ ਹਰੀਸ਼ ਚੌਧਰੀ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹ ਵੀ ਹੁੰਦੇ ਨੇ, ਸੁਨੀਲ ਜਾਖੜ ਵੀ ਹੁੰਦੇ ਨੇ, ਤੇ ਉਹਨਾਂ ਦੇ ਨਾਲ ਜਸਵੀਰ ਡਿੰਪਾ, ਰਵਨੀਤ ਬਿੱਟੂ, ਰਮਿੰਦਰ ਆਮਲਾ, ਤੇ ਨਾਲ ਉਹਨਾਂ ਦੇ ਸ਼ਮਸ਼ੇਰ ਸਿੰਘ ਦੂਲੋ ਰਾਜ ਸਭਾ ਮੈਂਬਰ ਉਹ ਵੀ ਉੱਥੇ ਮੌਜੂਦ ਸਨ। ਇਹਨਾਂ ਤੋਂ ਬਿਨਾਂ ਡਾਕਟਰ ਅਮਰ ਸਿੰਘ ਜਿਹੜੇ ਆ MP ਉਹ ਵੀ ਮੌਜੂਦ ਸਨ, ਹੋਰ ਵੀ ਕੋਈ ਸਾਥੀ ਇਹਨਾਂ ਦੇ ਨਾਲ ਮੌਜੂਦ ਸਨ। ਸਕਰੀਨਿੰਗ ਕਮੇਟੀ ਵਾਲੇ ਬੰਦੇ ਵੀ ਸੀਗੇ, ਮਾਕਨ ਸਾਹਿਬ ਵੀ ਤੇ ਕ੍ਰਿਸ਼ਨਾ ਅਲਵਾਰੂ ਜੀ ਤੇ ਚੰਦਨ ਜੀ, ਕ੍ਰਿਸ਼ਨਾ ਅਲਵਾਰੂ ਵੀ, ਤੇ ਹਾਂ ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਚੋਣ ਕਮੇਟੀ ਕੰਪੇਨ ਕਮੇਟੀਆਂ ਇਸ ਵੇਲੇ ਪੰਜਾਬ ਨੂੰ ਦੇਖ ਰਹੀਆਂ, ਉਹ ਮੈਂਬਰ ਉੱਥੇ ਸਨ। ਪਰ ਉੱਥੇ ਜਿਹੜੀ ਸਭ ਤੋਂ ਵੱਡੀ ਗੱਲ ਅੱਜ ਅਖਬਾਰਾਂ ਵਿੱਚ ਛਪੀ ਆ ਤੇ ਉੱਥੇ ਹੋਈ ਆ, ਸਾਡੇ ਸੋਰਸ ਵੀ ਦੱਸਦੇ ਆ ਵੀ ਸ਼ਮਸ਼ੇਰ ਸਿੰਘ ਦੂਲੋ ਨੇ ਇਹ ਗੱਲ ਕਹੀ ਉੱਥੇ ਵੀ ਇਹਨਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ, ਵੀ ਪਹਿਲਾਂ ਘੱਟੋ ਘੱਟ ਜਿਹੜਾ ਤੁਸੀਂ ਆਪਣਾ ਖਲਾਰਾ ਪਾ ਕੇ ਬੈਠੇ ਆ, ਹਰ ਬੰਦਾ ਇੱਥੇ ਇੱਕ ਦੂਏ ਦਾ ਪਜਾਮਾ ਖਿੱਚਣ ਡਿਆ ਆ ਕਾਂਗਰਸੀ ਦਾ, ਵੀ ਉਹ ਤੁਸੀਂ ਪਹਿਲਾਂ ਆਪਣੀ ਜਿਹੜੀ ਘਰੇਲੂ ਲੜਾਈ ਆ ਉਹਨੂੰ ਮੁਕਾ ਕੇ ਫੇਰ ਅੱਗੇ ਵਧਣ ਦੀ ਗੱਲ ਕਰੋ। ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਈਨਿੰਗ ਦਾ ਤੇ ਸਕਾਲਰਸ਼ਿਪ ਦੇ ਲੈ ਕੇ ਮੁੱਦਿਆਂ ਦਾ, ਤੇ ਜਿਹੜਾ ਹੈਗਾ ਮਾਫੀਏ ਦੇ ਵਿੱਚ ਉਹਨਾਂ ਨੇ ਚਾਹੇ ਕੇਬਲ ਦਾ ਮਾਫੀਆ, ਚਾਹੇ ਬੱਸਾਂ ਦਾ ਮਾਫੀਆ, ਚਾਹੇ ਰੇਤ ਦਾ ਮਾਫੀਆ, ਚਾਹੇ ਸ਼ਰਾਬ ਦਾ ਮਾਫੀਆ, ਵੀ ਉਹ ਮੁੱਦੇ ਜਿਹੜੇ ਹਜੇ ਉੱਥੇ ਖੜੇ ਨੇ। ਤੇ ਇਸ ਵਕਤ ਹਜੇ ਬਾਕੀ ਸਕੀਮਾਂ ਲਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਆ ਵੀ ਕਾਂਗਰਸ ਜਿਹੜਾ ਆਪਣਾ ਘਰ ਦਾ ਕਾਟੋ ਕਲੇਸ਼ ਆ ਉਹੀ ਨਿਬੇੜ ਲਵੇ, ਵਧੀਆ ਆ। ਸਕੀਮਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਣ ਲਈ ਫੇਰ ਦੁਬਾਰਾ ਵੀ ਬਣਾਈਆਂ ਜਾ ਸਕਦੀਆਂ ਜੀ। ਬਿਲਗਾ ਸਾਹਿਬ, ਦੂਲੋ ਸਾਹਿਬ ਵੀ ਮੈਨੂੰ ਲੱਗਦਾ ਜਿੱਦਾਂ ਕੈਪਟਨ ਸਾਹਿਬ 4.5 ਸਾਲ ਬਾਅਦ ਜਾਗੇ ਸੀ, ਦੂਲੋ ਸਾਹਿਬ ਵੀ ਬਿਲਕੁਲ ਸਮਾਂ ਰਹਿੰਦਿਆਂ ਹੀ ਜਾਗ ਪਏ ਆ। ਇੰਨਾ ਸ਼ੁਕਰ ਹੈ ਕਿ ਕਿਤੇ ਚੋਣਾਂ ਤੋਂ ਬਾਅਦ ਇਹ ਸਲਾਹ ਨਹੀਂ ਦਿੱਤੀ ਵੀ ਹੁਣ ਇਕੱਠੇ ਹੋ ਜਾਓ, ਕਿ ਮੰਥਨ ਕਰਨ ਲਈ ਇਕੱਠੇ ਹੋ ਜਾਓ ਵੀ ਤੁਹਾਡੇ ਜਿਹੜੇ ਰਿਜ਼ਲਟ ਨੇ ਉਹ ਇਦਾਂ ਦੇ ਕਿਉਂ ਆਏ ਨੇ।
ਬਿਲਕੁਲ ਸਾਹਿਬ, ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ, ਤੇ ਅਗਲੇ ਹਿੱਸੇ 'ਚ ਗੱਲ ਕਰਦੇ ਹਾਂ ਪੰਜਾਬ ਵਿੱਚ ਜਿਹੜਾ ਡੇਰਿਆਂ ਦਾ ਰਾਜਨੀਤੀ ਤੇ ਪ੍ਰਭਾਵ ਆ ਉਹਨੂੰ ਲੈ ਕੇ ਕੀ ਹੋ ਰਿਹਾ ਜੀ। ਸਵਾਗਤ ਹੈ ਜੀ, ਇੱਕ ਵਾਰ ਫਿਰ ਤੋਂ ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਬਿਲਗਾ ਸਾਹਿਬ, ਅਸੀਂ ਗੱਲ ਕਰਦੇ ਸੀ ਇੱਕ ਤਾਜ਼ੇ ਬੰਬ ਧਮਾਕੇ ਦੀ, ਤੇ ਉਸ ਤੋਂ ਬਾਅਦ ਜੇ ਅਸੀਂ ਅਗਲੀ ਗੱਲ ਕਰੀਏ, ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਲੁਧਿਆਣੇ ਆਉਣ ਦੀ, ਪਰ ਕੱਲ ਉਹਨਾਂ ਕੋਲ ਕੋਈ ਮਹਿਮਾਨ ਆਏ ਸੀ। ਕੌਣ ਆਏ ਸੀ ਤੇ ਕੀ ਗੱਲਬਾਤ ਹੋਈ ਜੀ? ਸ਼ਰਮਾ ਜੀ ਹਟ ਜਾਓ, ਤੁਸੀਂ ਲੀਡਰਾਂ ਨੂੰ ਵੋਟਾਂ ਲੈ ਲੈਣ ਦਿਓ, ਨਾ ਟਿਚਰਾਂ ਕਰੋ ਹੈ। ਨਹੀਂ, ਉਹਨਾਂ ਦੇ ਘਰ ਮਹਿਮਾਨ ਆਏ ਯਾਰ ਜੀ। ਲੀਡਰ ਇਹਨਾਂ ਦਿਨਾਂ ਵਿੱਚ ਬਾਬਿਆਂ ਦੇ ਗੋਡੇ ਨਹੀਂ ਫੜਨਗੇ ਤੇ ਹੋਰ ਜਾਣਗੇ ਕਿੱਥੇ? ਤੁਸੀਂ ਚਾਹੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਓ ਤੇ ਚਾਹੇ ਤੁਸੀਂ ਸੁਖਬੀਰ ਬਾਦਲ ਦੀ ਗੱਲ ਕਰ ਲਓ, ਇਹਨਾਂ ਦਿਨਾਂ ਵਿੱਚ ਫਿਰ ਇਹਨਾਂ ਨੂੰ ਡੇਰੇ ਲੱਭਦੇ ਆ ਤਾਂ ਬਾਬੇ ਲੱਭਦੇ ਆ। ਕੁਛ ਬਾਬਿਆਂ ਨੂੰ ਪੁਲਿਸ ਲੱਭਦੀ ਫਿਰਦੀ ਆ ਤੇ ਕੁਛ ਬਾਬਿਆਂ ਨੂੰ ਲੀਡਰ ਲੱਭਦੇ ਫਿਰਦੇ ਆ। ਹੁਣ ਦੇਖਦੇ ਆ ਕਿੱਥੇ ਕਿਹਦੇ ਬਾਬੇ ਕਿੱਦਾਂ ਰਾਸ ਆਉਂਦੇ ਆ ਜੀ। ਤੁਸੀਂ ਜਿਹੜੀ ਗੱਲ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ, ਉਹਨਾਂ ਦਾ ਪਰਿਵਾਰ ਪਿਛਲੇ ਦਿਨੀ ਬਿਆਸ ਦੇ ਵਿੱਚ ਡੇਰਾ ਮੁਖੀ ਨੂੰ ਜਾ ਕੇ ਸਰਦਾਰ ਗੁਰਿੰਦਰ ਸਿੰਘ ਨੂੰ ਮਿਲਿਆ ਸੀਗਾ ਜੀ। ਤੇ ਉਹਨਾਂ ਨੇ ਉਦੋਂ ਉਹਨੂੰ ਦੱਸਦੇ ਜਦੋਂ ਲਿਖਿਆ ਗਿਆ ਕਿ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਡੇ ਮਰਿੰਡਾ ਗ੍ਰਹਿ ਵਿਖੇ ਤੁਸੀਂ ਚਰਨ ਪਾਓ ਜੀ। ਤੇ ਉਸ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਡੇਰਾ ਮੁਖੀ ਗੁਰਿੰਦਰ ਸਿੰਘ ਅੱਜ ਚਰਨਜੀਤ ਸਿੰਘ ਚੰਨੀ ਦੇ ਮਰਿੰਡਾ ਵਿਖੇ ਪਹੁੰਚੇ ਸਨ। ਤੇ ਉੱਥੇ ਜਦੋਂ ਪਹੁੰਚੇ ਨੇ ਤਾਂ ਲਗਭਗ ਦੱਸਿਆ ਜਾਂਦਾ ਆ ਕਿ 1.5 ਘੰਟੇ ਦੇ ਨੇੜੇ ਤੇੜੇ ਬੰਦ ਕਮਰਾ ਜਿਹੜੀ ਮੀਟਿੰਗ ਉਹਨਾਂ ਦੇ ਨਾਲ ਕੀਤੀ ਜਾਂਦੀ, ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸੀਗਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਨ ਜੀ। ਤੇ ਕੁਲਬੀਰ ਸਿੰਘ ਜੀਰਾ ਜਿਹੜੇ ਉਹ ਹਮੇਸ਼ਾ ਹੀ ਤਰ੍ਹਾਂ ਲੇਟ ਹੋਣ ਦੇ ਨਾਲ ਫਿਰ ਤੱਕ ਵਾਂਝੇ ਰਹਿ ਗਏ ਇਸ ਮੀਟਿੰਗ ਤੋਂ। ਤੇ ਸਿਕਿਉਰਿਟੀ ਪੱਖ ਇੰਨਾ ਟਾਈਟ ਸੀਗਾ ਵੀ ਕਿਸੇ ਪੱਤਰਕਾਰ ਨੂੰ ਜਾਂ ਕਿਸੇ ਮੀਡੀਆ ਕਰਮੀ ਨੂੰ ਘਰ ਦੇ ਲਾਗੇ ਤੱਕ ਨਹੀਂ ਫਰਕਣ ਦਿੱਤਾ ਗਿਆ ਤੇ ਕੋਈ ਵੀ ਅੰਦਰੋਂ ਫੋਟੋ ਜਿਹੜੀ ਆ ਜਾਂ ਵੀਡੀਓ ਬਣਾਉਣ ਦੀ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜਿਹੜੀ ਚੰਨੀ ਨੇ ਆਪਣੇ ਪੇਜ ਉੱਤੇ ਫੋਟੋਆਂ ਪਾਈਆਂ, ਉਹੀ ਫੋਟੋਆਂ ਬਾਹਰ ਆਈਆਂ ਆ। ਅੰਦਰਲੀ ਕੀ ਗੱਲਬਾਤ ਹੋਈ ਆ ਇਹ ਤਾਂ ਕੋਈ ਹਜੇ ਤੱਕ ਖੁੱਲ੍ਹ ਕੇ ਬਾਹਰ ਨਹੀਂ ਆਈ, ਪਰ ਇਹ ਜ਼ਾਹਰ ਆ ਕਿ ਇਲੈਕਸ਼ਨ ਨੂੰ ਲੈ ਕੇ ਜਿਵੇਂ ਲੀਡਰ ਦਰ ਤੇ ਡੇਰਿਆਂ ਦੇ ਫਿਰਦੇ ਨੇ, ਉਹੀ ਚੀਜ਼ ਨੂੰ ਦੇਖਿਆ ਜਾ ਰਿਹਾ ਕਿ 2022 ਦੀ ਇਲੈਕਸ਼ਨ ਨੂੰ, ਕਿਉਂਕਿ ਡੇਰਾ ਮੁਖੀ ਬਿਆਸ ਦਾ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਆ। ਭਾਵੇਂ ਕਿ ਅੱਜ ਤੱਕ ਉਹਨਾਂ ਦਾ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਕਦੀ ਦੇਖਿਆ ਨਹੀਂ ਗਿਆ ਕਿ ਉਹਨਾਂ ਨੇ ਥੱਲੇ ਆਪਣਾ ਗਰਾਊਂਡ ਲੈਵਲ ਤੇ ਕਦੀ ਕਿਸੇ ਆਪਣੇ ਸ਼ਰਧਾਲੂ ਨੂੰ ਕੋਈ ਇਸ਼ਾਰਾ ਕੀਤਾ ਹੋਵੇ। ਪਰ ਫਿਰ ਵੀ ਰਾਜਨੀਤਿਕ ਤੌਰ ਤੇ ਦੇਖਣ ਵਾਲੇ ਲੋਕ ਇਹ ਇਸ਼ਾਰੇ ਲਾ ਲੈਂਦੇ ਨੇ ਵੀ ਹੁਣ ਰਾਹੁਲ ਗਾਂਧੀ ਮਿਲ ਕੇ ਗਿਆ, ਹੁਣ ਕੋਈ ਭਾਜਪਾ ਦਾ ਲੀਡਰ ਉਹਨਾਂ ਨੂੰ ਮਿਲ ਕੇ ਗਿਆ, ਜਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਮਿਲੇ ਨੇ, ਜਾਂ ਸੁਖਬੀਰ ਬਾਦਲ ਮਿਲ ਕੇ ਗਏ ਨੇ। ਇਹਨਾਂ ਚੀਜ਼ਾਂ ਤੋਂ ਕੁਝ ਅੰਦਾਜ਼ੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਸ ਚੀਜ਼ ਨੂੰ ਮੰਨਦੇ ਹੋਏ ਉੱਥੇ ਲਾਗੇ ਜਿਹੜਾ ਸਤਸੰਗ ਘਰ ਆ, ਉੱਥੇ ਵੀ ਉਹ ਕਾਫੀ ਦੇਰ ਰੁਕੇ ਨੇ। ਤੇ ਜਿਹੜੀ 1.5 ਘੰਟੇ ਦੀ ਉਹਨਾਂ ਦੇ ਨਾਲ ਦੀ ਮੀਟਿੰਗ ਹੋਈ, ਮੁਲਾਕਾਤ ਹੋਈ ਆ, ਮਿਲਣੀ ਹੋਈ ਆ, ਉਹਦੇ ਤੋਂ ਸਿਆਸੀ ਜਿਹੜੇ ਆ ਮਾਇਨੇ ਜਿਹੜੇ ਕੱਢਣੇ ਆ ਉਹ ਲੋਕ ਕੱਢ ਕੇ ਦੇਖ ਰਹੇ ਨੇ ਜੀ। ਸ਼ਰਮਾ, ਇਹ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਜੀ ਕਾਫੀ ਇਸ ਡੇਰੇ ਦਾ ਵਿਸਤਾਰ ਕਰਨ ਦੇ ਵਿੱਚ ਲਈ ਜਾਣੇ ਜਾਂਦੇ ਨੇ। ਬਹੁਤ ਪ੍ਰਚਾਰ ਪ੍ਰਸਾਰ ਵੀ ਕੀਤਾ ਇਹਨਾਂ ਨੇ, ਤੇ ਇਹਨਾਂ ਦੇ ਸਮੇਂ ਦੇ ਵਿੱਚ ਵਿਸਤਾਰ ਵੀ ਬਹੁਤ ਹੋਇਆ। ਸਾਡੇ ਦੇਸ਼ ਦਾ ਜਾਂ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਐਨਰਜੀ ਪਲਾਂਟ ਵੀ ਇਹਨਾਂ ਦੇ ਡੇਰੇ ਦੇ ਵਿੱਚ ਹੀ ਲੱਗਾ ਹੋਇਆ, ਤੇ ਇਹਨਾਂ ਦੇ ਜਿਹੜੇ ਨਜ਼ਦੀਕੀ ਸਬੰਧ ਆ ਉਹ ਸਾਰੀਆਂ ਹੀ ਰਾਜਸੀ ਧਿਰਾਂ ਜਾਂ ਸਾਰੇ ਵੱਡੇ ਲੋਕਾਂ ਨਾਲ ਰਹਿੰਦੇ ਨੇ। ਤੇ ਤੁਸੀਂ ਗੱਲ ਕੀਤੀ ਕਾਂਗਰਸ ਹਾਈ ਕਮਾਂਡ ਦੀ, ਇਹ ਬਿਲਕੁਲ ਜ਼ਾਹਿਰ ਤੌਰ ਤੇ ਇਹ ਗੱਲ ਠੀਕ ਆ ਕਿ ਬਹੁਤ ਸਾਰੇ ਵੱਡੇ ਲੋਕ ਦੇਸ਼ਾਂ ਵਿਦੇਸ਼ਾਂ ਚੋਂ ਉੱਥੇ ਆਉਂਦੇ ਰਹਿੰਦੇ ਨੇ। ਤੇ ਦੂਸਰੀ ਗੱਲ ਵੀ ਇਹਨਾਂ ਦੀ ਹੁਣ ਤੱਕ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਕਿਸੇ ਵੀ ਪਾਰਟੀ ਦੇ ਲਈ, ਕਿਸੇ ਵੀ ਰਾਜਸੀ ਧਿਰ ਦੇ ਲਈ ਸਿੱਧੇ ਤੌਰ ਤੇ ਕਦੀ ਕੋਈ ਹੁਕਮਨਾਮਾ ਜਾਰੀ ਕਰਦੇ ਜਾਂ ਕਦੀ ਕੋਈ ਐਲਾਨ ਕਰਦੇ ਜਾਂ ਕਦੀ ਕੋਈ ਕਹਾਣੀ ਜਿਹੜੀ ਆ ਆਪਣੇ ਤੌਰ ਤੇ ਇਸ਼ਾਰਾ ਕਰਦੇ ਨਹੀਂ ਦੇਖੇ ਗਏ। ਪਰ ਫਿਰ ਵੀ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਲੋਕ ਨੇ ਜਾਂ ਜਿਹੜੇ ਮੀਡੀਆ ਦੇ ਲੋਕ ਨੇ, ਉਹਨਾਂ ਨੇ ਫਿਰ ਕੋਈ ਨਾ ਕੋਈ ਅੰਦਾਜ਼ਾ ਜਾਂ ਕੋਈ ਨਾ ਕੋਈ ਭਵਿੱਖਬਾਣੀ ਜਾਂ ਕੋਈ ਨਾ ਕੋਈ ਕਿਆਸ ਆਰਾਈ ਤੇ ਜਿਹੜੀ ਹੋਣ ਵਾਲੀ ਘਟਨਾ ਆ ਉਹ ਤੋਂ ਲਾਉਣੀ ਹੀ ਹੈ। ਹਾਲਾਂਕਿ ਇਹ ਵੀ ਗੱਲ ਜ਼ਾਹਰ ਹੈ ਕਿ ਇਹ ਡੇਰਾ ਕਾਫੀ ਚੰਗੇ ਕੰਮ ਕਰਨ ਲਈ ਵੀ ਜਾਣਿਆ ਜਾਂਦਾ, ਪਰ ਉਸ ਦੇ ਨਾਲ ਦੀ ਨਾਲ ਜਿੱਥੇ ਇਹਨਾਂ ਦਾ ਹੈੱਡਕੁਆਟਰ ਆ ਉੱਥੇ ਇਹ ਬਹੁਤ ਲੋਕਾਂ ਦੇ ਵਿੱਚ ਇਸ ਗੱਲ ਦੀ ਵੀ ਚਰਚਾ ਰਹਿੰਦੀ ਹੈ ਕਿ ਬਹੁਤ ਸਾਰੀ ਜ਼ਮੀਨ ਜਿਹੜੀ ਆ ਉਹਦੇ 'ਤੇ ਇਹ ਕਬਜ਼ਾ ਕਰਦੇ ਰਹਿੰਦੇ ਨੇ, ਜਾਂ ਡੇਰੇ ਦੇ ਵਿਸਤਾਰ ਦੇ ਨਾਮ ਤੇ ਕਈ ਪਿੰਡਾਂ ਦੀ ਜਿਹੜੀ ਕਾਫੀ ਸਾਰੀ ਜ਼ਮੀਨ ਇਹਨਾਂ ਨੇ ਖਰੀਦ ਲਈ ਆ ਉੱਥੇ, ਚਾਹੇ ਸਿੱਧੇ ਤਰੀਕੇ ਦੇ ਨਾਲ ਤੇ ਚਾਹੇ ਅਸਿੱਧੇ ਤਰੀਕੇ ਦੇ ਨਾਲ। ਤੇ ਬਿਲਗਾ ਸਾਹਿਬ, ਤੁਸੀਂ ਆਪਣੀ ਗੱਲ 'ਚ ਦੱਸੀ ਸੀ ਵੀ ਕਈ ਬਾਬਿਆਂ ਨੂੰ ਲੀਡਰ ਲੱਭਦੇ ਆ ਤੇ ਕਈ ਬਾਬਿਆਂ ਨੂੰ ਪੁਲਿਸ ਵੀ ਲੱਭਦੀ ਫਿਰਦੀ। ਉਹ ਜਿਹੜੇ ਬੜੇ ਮਹਾਨ ਬਾਬੇ ਸੀ ਜਿਹੜੇ ਅੱਜ ਕੱਲ੍ਹ ਕਈ ਕੇਸਾਂ ਦੀ ਸਜ਼ਾ ਕੱਟ ਰਹੇ ਆ ਤੇ ਕਈ ਕੇਸਾਂ 'ਚ ਤਰੀਕਾਂ ਭੁਗਤ ਰਹੇ ਆ, ਉਹਨਾਂ ਨੂੰ ਹੁਣ ਸਿੱਟ ਨੇ ਕੀ ਸਵਾਲ ਪਾਇਆ ਜੀ ਨਵਾਂ? ਸ਼ਰਮਾ ਜੀ, ਦੇਖੋ, ਇਹ ਤਾਂ ਗੱਲ
ਸੈੱਟ ਵਾਲੀ ਵੀ ਗੱਲ ਕਰਦੇ ਆ, ਪੁਲਿਸ ਵਾਲੇ ਬਾਬੇ ਦੀ ਵੀ ਗੱਲ ਕਰਦੇ ਆ, ਡੇਰਾ ਮੁਖੀ ਬਿਆਸ ਦੀ ਇੱਕ ਗੱਲ ਤੁਹਾਡੇ ਨਾਲ ਹੋਰ ਜੋੜ ਦਿੰਦਾ ਸ਼ਰਮਾ ਜੀ, ਜੀ ਕਿ ਜਦੋਂ ਕੋਵਿਡ ਦੇ ਦੌਰਾਨ ਡੇਰੇ ਦੇ ਜਿੰਨੇ ਵੀ ਸਤਸੰਗ ਘਰ ਸੀ ਪੂਰੇ ਦੇਸ਼ ਦੇ ਵਿੱਚ, ਜੀ ਉਹਨਾਂ ਨੇ ਐਲਾਨੀਆ ਤੌਰ ਤੇ ਇਸ ਗੱਲ ਲਈ ਸਰਕਾਰਾਂ ਨੂੰ ਲਿਖੇ ਵੀ ਦੇ ਦਿੱਤਾ ਸੀਗਾ, ਸੱਦਾ ਦੇ ਦਿੱਤਾ ਸੀਗਾ ਵੀ ਕੁਆਰੰਟੀਨ ਕਰਨ ਵਾਸਤੇ ਜਾਂ ਕਿਸੇ ਵੀ ਸੇਵਾਵਾਂ ਜਿਹੜੀਆਂ ਨੇ ਕੋਵਿਡ ਨੂੰ ਲੈ ਕੇ, ਉਹਨਾਂ ਜੀ ਲਈ ਡੇਰੇ ਦੇ ਸਤਸੰਗ ਘਰ ਪੂਰੇ ਤਰ੍ਹਾਂ ਖਾਲੀ ਪਏ ਨੇ। ਜਿਹੜਾ ਮਰਜ਼ੀ ਜਿੱਥੇ ਮਰਜ਼ੀ ਸਰਕਾਰ ਆਪਣੇ ਤਰੀਕੇ ਨਾਲ ਉਹਨਾਂ ਦਾ ਵਰਤੋਂ ਕਰ ਸਕਦੀ ਆ, ਤੇ ਜਿਹੜੀਆਂ ਹੋਰ ਮੈਡੀਕਲ ਸਹੂਲਤਾਂ ਵੀ ਇਹ ਡੇਰਾ ਵਾਲਾ ਪ੍ਰੋਵਾਈਡ ਕਰਾ ਸਕਦਾ, ਉਹਨਾਂ ਨੇ ਐਲਾਨੀਆ ਤੌਰ ਤੇ ਇਸ ਗੱਲ ਦਾ ਐਲਾਨ ਕੀਤਾ ਸੀਗਾ। ਕੋਵਿਡ ਦੇ ਦੌਰਾਨ ਇਸ ਡੇਰੇ ਦਾ ਜਿਹੜਾ ਲੋਕਾਂ ਦੇ ਪ੍ਰਤੀ, ਸਰਕਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ ਜਿਹੜਾ ਆ ਉਹ ਕੰਮ ਲੋਕਾਂ ਦੇ ਵਿੱਚ ਸਰਾਇਆ ਵੀ ਗਿਆ ਆ ਤੇ ਉਹਨੂੰ ਦੇਖਿਆ ਵੀ ਗਿਆ। ਹੁਣ ਦੂਸਰੀ ਗੱਲ ਤੁਸੀਂ ਕੀਤੀ ਆ ਕਿ ਪੁਲਿਸ ਕਿਹੜੇ ਡੇਰਾ ਮੁਖੀ ਨੂੰ ਲੱਭਦੀ ਫਿਰਦੀ ਆ, ਉਸ ਡੇਰਾ ਮੁਖੀ ਦੀ ਚਰਚਾ ਲਗਭਗ ਬੇਅਦਬੀ ਦਾ ਕਾਂਡ 2015 ਦੇ ਵਿੱਚ ਜਦੋਂ ਹੁੰਦਾ ਆ, ਉੱਥੋਂ ਲੈ ਕੇ ਹੀ ਬਣਨੀ ਸ਼ੁਰੂ ਹੋ ਗਈ ਸੀ। ਉਸ ਤੋਂ ਭਾਵੇਂ ਪਿਛਲੀਆਂ ਘਟਨਾਵਾਂ, ਚਾਹੇ ਉਹ ਜਾਮੇ ਇਨਸਾਨ ਵਾਲੀ ਸੀਗੀ ਜਾਂ ਉਹ ਸਾਰਾ ਕੁਝ ਜਿਹੜਾ ਘਟਨਾਕ੍ਰਮ ਹੋਇਆ ਸੀ ਮਾਫੀ ਦਾ ਮੁੱਦਾ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਵੀ ਜੋੜ ਕੇ ਦੇਖੀਏ ਤੇ ਅਖੀਰ ਆਣ ਕੇ ਜਦੋਂ ਬੇਅਦਬੀ ਵਾਲਾ ਮੁੱਦਾ ਹੁੰਦਾ ਆ ਤਾਂ ਉਸ ਤੋਂ ਬਾਅਦ ਪਿਛਲੇ ਕੇਸਾਂ ਨੂੰ ਲੈ ਕੇ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ, ਸਿਰਸੇ ਵਾਲੇ ਨੂੰ, ਕੋਰਟ ਚੰਡੀਗੜ੍ਹ ਦੇ ਵਿੱਚ ਅਦਾਲਤ ਜਿਹੜੀ ਸਜ਼ਾ ਸੁਣਾ ਦਿੰਦੀ ਆ ਤੇ ਬੜੀ ਵੱਡੀ ਉੱਥੇ ਹਿੰਸਾ ਵਾਪਰਦੀ ਆ, ਤੇ ਉਸ ਤੋਂ ਬਾਅਦ ਬਾਬਾ ਸੁਨਾਰੀਆ ਜੇਲ੍ਹ ਰੋਹਤਕ ਵਿੱਚ ਚਲਾ ਜਾਂਦਾ। ਪਰ ਬੇਅਦਬੀ ਦਾ ਜਿਹੜਾ ਮੁੱਦਾ ਆ ਉੱਥੇ ਦਾ ਉੱਥੇ ਖੜਾ ਰਹਿੰਦਾ। ਕੈਪਟਨ ਅਮਰਿੰਦਰ ਸਿੰਘ ਨੇ ਉਸ ਮੁੱਦੇ ਨੂੰ ਬਣਾਉਣ ਲਈ, ਅੱਗੇ ਲਿਜਾਣ ਲਈ ਕੋਈ ਕਮਿਸ਼ਨ ਬਣਾਏ, ਕਈ ਸਿੱਟ ਬਣਾਈਆਂ, ਤੇ ਜਿਹੜੀ ਉਹ ਗੱਲ ਆ ਉਹ ਸਿਰੇ ਲੱਗ ਨਹੀਂ ਸੀ ਸਕੀ। ਪਰ ਜਦੋਂ ਦੀ ਆ ਸਰਕਾਰ ਦੁਬਾਰਾ ਚਰਨਜੀਤ ਸਿੰਘ ਚੰਨੀ ਦੀ ਬਣੀ ਆ, ਗ੍ਰਹਿ ਮੰਤਰੀ ਰੰਧਾਵਾ ਬਣੇ ਨੇ, ਤੇ ਇਹਨਾਂ ਨੇ ਫਿਰ ਹਾਈ ਕੋਰਟ ਦੇ ਵਿੱਚ ਕੁਝ ਅਪੀਲ ਕੀਤੀ, ਰਿਟਾਂ ਪਾਈਆਂ, ਅਰਜ਼ੀਆਂ ਦਿੱਤੀਆਂ ਵੀ ਸਾਨੂੰ ਬੇਅਦਬੀ ਵਾਲੇ ਮੁੱਦੇ ਨੂੰ ਮਸਲਾ ਹੱਲ ਕਰਨ ਲਈ ਸਾਨੂੰ ਡੇਰਾ ਮੁਖੀ ਦੇ ਜਿਹੜੇ ਆ ਬਿਆਨ ਲੈਣੇ, ਉਹਨਾਂ ਦੀ ਪੁੱਛਗਿੱਛ ਕਰਨੀ ਬਹੁਤ ਲਾਜ਼ਮੀ ਆ। ਜਿਹਦੇ ਲਈ ਹਾਈ ਕੋਰਟ ਨੇ ਉਹਨਾਂ ਨੂੰ ਫਿਰ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਤੋਂ ਵੱਧ ਵਾਰ ਵੀ ਉੱਥੇ ਗਏ, ਪਰ ਸੈੱਟ ਦਾ ਇਹ ਮੰਨਣਾ ਆ ਕਿ ਸਾਨੂੰ ਬਾਬਾ ਉੱਥੇ ਜੇਲ੍ਹ ਵਿੱਚ ਗਿਆ ਨੂਗਾ ਕਿਸੇ ਤਰ੍ਹਾਂ ਵੀ ਕੋਆਪਰੇਟ ਨਹੀਂ ਕਰਦਾ ਹੈਗਾ, ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਦਾ ਹੈਗਾ, ਜਿਹੜੀ ਵੀ ਗੱਲ ਪੁੱਛਦੇ ਆ ਉਹਦਾ ਕੋਈ ਸਹੀ ਸਲਾਮਤ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੰਦਾ। ਤੇ ਹੁਣ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਫਿਰ ਅਰਜ਼ੀ ਦਾਖਲ ਕੀਤੀ ਆ ਵੀ ਡੇਰਾ ਮੁਖੀ ਰਾਮ ਰਹੀਮ ਨੂੰ ਜੇਕਰ ਅਸੀਂ ਬੇਅਦਬੀ ਮਸਲੇ ਦੇ ਵਿੱਚ ਸਹੀ ਉਹਦੀ ਜਾਂਚ ਕਰਨੀ ਆ ਤੇ ਉਹਨੂੰ ਸਾਨੂੰ ਹਿਰਾਸਤ ਵਿੱਚ ਲੈਣਾ ਪਊਗਾ, ਸਾਨੂੰ ਉਹਦਾ ਮਤਲਬ ਪ੍ਰੋਡਕਸ਼ਨ ਵਾਰੰਟ ਜਿਹੜਾ ਉਹ ਮਿਲਣਾ ਚਾਹੀਦਾ ਆ। ਹੁਣ ਦੇਖਦੇ ਆ ਕਿ ਉਹਨਾਂ ਦਾ ਵਕੀਲ ਜਿਹੜੇ ਨੇ ਉਹ ਆਪਣੀਆਂ ਦਲੀਲਾਂ ਦੇ ਰਹੇ ਨੇ ਕਿ ਡੇਰਾ ਮੁਖੀ ਦਾ ਇਸ ਮਸਲੇ ਦੇ ਨਾਲ ਕੋਈ ਲੈਣ ਦੇਣ ਨਹੀਂਗਾ, ਬੇਅਦਬੀ ਕਾਂਡ ਦੇ ਨਾਲ ਉਹਨਾਂ ਦਾ ਕੋਈ ਲਾਗਾ ਤੇਗਾ ਨਹੀਂਗਾ, ਬਈ ਕਿਸੇ ਹਾਲਾਤਾਂ ਵਿੱਚ ਵੀ ਜਿਹੜੀ ਡੇਰਾ ਮੁਖੀ ਦੀ ਆ ਸਪੁਰਦੀ ਆ ਉਹ ਸੈੱਟ ਨੂੰ ਜਾਂ ਪੰਜਾਬ ਪੁਲਿਸ ਨੂੰ ਨਹੀਂ ਮਿਲਣੀ ਚਾਹੀਦੀ। ਹੁਣ ਕੋਰਟ ਦੇ ਹੱਥ ਵਿੱਚ ਆ ਵੀ ਕੋਰਟ ਕੀ ਪੰਜਾਬ ਪੁਲਿਸ ਦੀ ਬਣੀ ਹੋਈ ਬੇਅਦਬੀ ਮੁੱਦੇ ਤੇ ਸੈੱਟ ਜਿਹੜੀ ਆ ਉਹਨੂੰ ਇਜਾਜ਼ਤ ਦਿੰਦੀ ਆ ਵੀ ਤੁਸੀਂ ਡੇਰਾ ਮੁਖੀ ਨੂੰ ਜੇਲ੍ਹ ਚੋਂ ਲਿਆਣ ਕੇ ਆਪਣੇ ਤਰੀਕੇ ਨਾਲ ਪੁੱਛਗਿੱਛ ਕਰ ਲਓ, ਜਾਂ ਨਹੀਂ ਦਿੰਦੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਦੇਖੋ ਜੀ, ਆਉਣ ਵਾਲੇ ਸਮੇਂ 'ਚ ਤੇ ਜੋ ਪਤਾ ਲੱਗੇਗਾ, ਪਰ ਬੀਤੇ ਸਮੇਂ ਦੀਆਂ ਜਦੋਂ ਅਸੀਂ ਕਹਾਣੀਆਂ ਸੁਣਦੇ ਹਾਂ ਕਿ ਚਾਹੇ ਉਹ ਮੁੱਖ ਮੰਤਰੀ ਹੁੰਦਾ ਸੀ, ਚਾਹੇ ਉਹ ਗ੍ਰਹਿ ਮੰਤਰੀ ਹੁੰਦਾ ਸੀ, ਚਾਹੇ ਉਹ ਵਿਧਾਇਕ ਹੁੰਦਾ ਸੀ, ਚਾਹੇ ਉਹ ਰਾਜ ਸਭਾ ਦਾ ਮੈਂਬਰ ਹੁੰਦਾ ਸੀ, ਤੇ ਬਾਬਾ ਜੀ ਦੇ ਦਰਸ਼ਨ ਜਿਹੜੇ ਆ ਉਹਨਾਂ ਨੂੰ ਉਹ ਕਿਸਮਤ ਨਾਲ ਹੀ ਹੁੰਦੇ ਸੀ। ਤੇ ਕਈ ਵਾਰ ਤਾਂ ਕਹਿੰਦੇ ਮੁੱਖ ਮੰਤਰੀ ਵੀ 2-2 ਘੰਟੇ ਬਾਹਰ ਬੈਠੇ ਰਹਿੰਦੇ ਸੀ, ਉਡੀਕਦੇ ਰਹਿੰਦੇ ਸੀ ਕਿ ਬਾਬਾ ਜੀ ਕਦੋਂ ਆਉਣਗੇ ਤੇ ਕਦੋਂ ਪ੍ਰਸ਼ਾਦ ਦੇਣਗੇ, ਕਦੋਂ ਕਿਰਪਾ ਦ੍ਰਿਸ਼ਟੀ ਕਰਨਗੇ ਤੇ ਕਦੋਂ ਉਹਨਾਂ ਨੂੰ ਵੋਟਾਂ ਜਿਹੜੀਆਂ ਉਹ ਹਲਕੇ 'ਚੋਂ ਮਿਲਣਗੀਆਂ ਤੇ ਉਹ ਜਿੱਤ ਜਾਣਗੇ। ਤੇ ਹੁਣ ਸਮਾਂ ਐਸਾ ਆ, ਆਪਾਂ ਹੋਰ ਬਾਬੇ ਦੀ ਗੱਲ ਸੁਣਾ ਦਿੰਦੇ ਆ। ਸਾਡੇ ਇੱਥੇ ਦੁਆਬੇ ਦੇ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਆ ਵਾਤਾਵਰਨ ਪ੍ਰੇਮੀ ਤੇ ਜਿਹੜਾ ਜਿੰਨੀ ਆ ਬਈ ਦੀ ਸਾਫ਼ ਸਫਾਈ ਲਈ ਉਹਦੇ ਲਈ ਬਹੁਤ ਜ਼ਿਆਦਾ ਧਾਰਮਿਕ ਡੇਰਾ ਉਹ ਅਗਾਂਹ ਵਧੂ ਮੰਨਿਆ ਜਾਂਦਾ ਜੀ। ਤੇ ਸੁਖਬੀਰ ਬਾਦਲ ਵੀ ਪਿੱਛੇ ਨਹੀਂ ਰਹੇ, ਸਰਦਾਰ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਉਹਨਾਂ ਦੇ ਉੱਥੇ ਜਾ ਕੇ ਕੁਟੀਆ ਦੇ ਵਿੱਚ ਉਹ ਵੀ ਉਹਨਾਂ ਨਾਲ ਮੁਲਾਕਾਤ ਕਰਨ ਕੇ ਆਏ ਨੇ। ਇਹ ਚਾਹੇ ਡੇਰਾ ਰਾਮ ਰਹੀਮ ਦੀ ਗੱਲ ਕਰ ਲਓ, ਚਾਹੇ ਡੇਰਾ ਬਿਆਸ ਦੀ ਗੱਲ ਕਰ ਲਓ, ਚਾਹੇ ਸੁਖਬੀਰ ਸਿੰਘ ਬਾਦਲ ਦਾ ਸੰਤ ਸੀਚੇਵਾਲ ਨੂੰ ਮਿਲਣਾ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਸਾਰੀਆਂ ਮਿਲਣੀਆਂ ਹੈ, ਇਹ 2022 ਦੀ ਇਲੈਕਸ਼ਨ ਨੂੰ ਲੈ ਕੇ ਹੀ ਸ਼ਰਮਾ ਜੀ ਇਹ ਸਾਰਾ ਕੁਝ ਹੋ ਰਿਹਾ ਆ। ਹੁਣ ਦੇਖਦੇ ਆ ਇਹ ਕਿੰਨਾ ਕੁ ਬਾਬਿਆਂ ਦਾ ਸਾਥ ਮਿਲਦਾ ਇਹਨਾਂ ਨੂੰ ਤੇ ਕਿੰਨੇ ਕੁ ਬਾਬਿਆਂ ਦੇ ਕਹੇ ਤੇ ਲੋਕ ਵੋਟਾਂ ਪਾ ਕੇ ਇਹਨਾਂ ਪਾਰਟੀਆਂ ਨੂੰ ਸੱਤਾ ਦੀ ਕੁਰਸੀ ਸੌਂਪਦੇ ਆ। ਜੀ ਬਿਲਕੁਲ ਜੀ, ਤੁਸੀਂ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਗੱਲ ਕੀਤੀ ਤੇ ਮੈਨੂੰ ਯਾਦ ਆ ਇੱਕ ਟਾਈਮ ਜਦੋਂ ਰਾਸ਼ਟਰਪਤੀ ਹੁੰਦੇ ਸੀ ਅਬਦੁਲ ਕਲਾਮ ਆਜ਼ਾਦ ਤੇ ਉਹ ਆਪ ਇੱਥੇ ਆਏ ਸੀ, ਬੜੀ ਚਰਚਾ ਸੀ ਬਾਬਾ ਜੀ ਦੀ। ਤੇ ਬਾਬਾ ਸੀਚੇਵਾਲ ਨੂੰ ਜੇ ਤੁਸੀਂ ਵਾਤਾਵਰਣ ਪ੍ਰੇਮੀ ਕਿਹਾ ਤੇ ਉਹ ਉਹਨਾਂ ਲਈ ਸਭ ਤੋਂ ਢੁਕਵੇਂ ਸ਼ਬਦ ਨੇ। ਦੁਨੀਆ ਦੇ ਵੱਡੇ ਵੱਡੇ ਮੈਗਜ਼ੀਨਸ ਨੇ ਉਹਨਾਂ ਦੀ ਕਵਰੇਜ ਕੀਤੀ ਤੇ ਅੰਗਰੇਜ਼ੀ ਦੀ ਇੱਕ ਅਖਬਾਰ ਨੇ ਇੱਦਾਂ ਵੀ ਲਿਖਿਆ ਸੀ ਉਦੋਂ, ਸ਼ਾਇਦ ਟਾਈਮ ਮੈਗਜ਼ੀਨ ਦੀ ਗੱਲ ਆ, ਮੈਨੂੰ ਬਹੁਤਾ ਯਾਦ ਨਹੀਂ, ਪਰ ਗੱਲ ਯਾਦ ਆ ਕਿ ਉਹਨਾਂ ਨੇ ਇਹ ਲਿਖਿਆ ਸੀ ਕਿ ਜੇਕਰ ਇਹੀ ਕੰਮ ਸੰਤ ਸੀਚੇਵਾਲ ਵਾਲਾ ਜੇ ਹਿੰਦੁਸਤਾਨ ਦੀ ਬਜਾਏ ਯੂਰਪ ਦੇ ਕਿਸੇ ਮੁਲਕ 'ਚ ਕੀਤਾ ਹੁੰਦਾ ਤੇ ਹੁਣ ਤੱਕ ਇਹਨਾਂ ਨੂੰ ਜਿਹੜਾ ਆ ਉਹ ਨੋਬਲ ਮਿਲ ਜਾਣਾ ਸੀ। ਤੇ ਉਹ ਉੱਥੇ ਹੋਰ ਵੀ ਕਾਫੀ ਚੰਗੇ ਕੰਮ ਕਰਦੇ ਨੇ ਵਾਤਾਵਰਣ ਦੇ ਧਿਆਨ ਲਈ,
ਜਾਂ ਉਹਨੂੰ ਬਚਾਉਣ ਲਈ, ਉਹਦੇ ਰੱਖ ਰਖਾਵ ਲਈ ਬੂਟਿਆਂ ਨੂੰ ਪ੍ਰਸ਼ਾਦ ਦੇ ਰੂਪ 'ਚ ਦੇਣਾ ਉਹਨਾਂ ਨੇ ਸ਼ੁਰੂ ਕੀਤਾ ਸੀ। ਅਤੇ ਉੱਥੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਵੀ ਚਲਾਉਂਦੇ ਨੇ। ਅਤੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਾਂ ਆਲੇ ਦੁਆਲੇ ਉਹ ਜਿਹੜਾ ਪਾਣੀ ਨੂੰ ਗੰਦਾ ਕਰਨ ਦੇ ਸਾਡੇ ਸ਼ਹਿਰਾਂ ਦਾ ਪਾਣੀ ਜਾਂ ਪਿੰਡਾਂ ਦਾ ਪਾਣੀ ਜਿਹੜਾ ਪਾਇਆ ਜਾਂਦਾ, ਉਹਦੇ ਲਈ ਵੀ ਉਹ ਵੱਖ-ਵੱਖ ਸਮੇਂ ਦੇ ਉੱਤੇ ਸਰਕਾਰਾਂ ਨੂੰ ਮਿਲਦੇ ਰਹਿੰਦੇ ਨੇ। ਅਤੇ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਨੂੰ ਮਿਲਣ ਗਏ, ਕਿਉਂਕਿ ਸੁਲਤਾਨਪੁਰ ਲੋਧੀ ਗਏ ਹੋਏ ਸੀ। ਤੁਹਾਡੀ ਗੱਲ ਠੀਕ ਹੈ ਜੀ ਕਿ ਇਹ ਜਿਹੜੇ ਲੀਡਰ ਲੋਕ ਨੇ, ਇਹਨਾਂ ਨੂੰ ਲੋੜ ਰਹਿੰਦੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਆਪਣੇ ਪੈਰੋਕਾਰ, ਆਪਣੇ ਫੋਲੋਅਰ ਅਤੇ ਆਪਣੇ ਭਗਤ ਹੁੰਦੇ ਹਨ, ਕਿਉਂਕਿ ਉਹਨਾਂ ਨਾਲ ਕਈ ਵਾਰ ਖਿਚਾਈ ਹੋਈ ਫੋਟੋ ਵੀ ਇਹਨਾਂ ਨੂੰ ਕੁਝ ਵੋਟਾਂ ਜਿਹੜੀਆਂ ਆ ਉਹ ਦਵਾ ਸਕਦੀ ਆ। ਬਿਲਕਾ ਸਾਹਿਬ, ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਕਰਦੇ ਹਾਂ ਕੁਝ ਹੋਰ ਵਿਚਾਰਾਂ 'ਤੇ ਚਰਚਾ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਬਿਲਗਾ ਸਾਹਿਬ, ਰਾਜਨੀਤੀ ਦੇ ਵਿੱਚ ਘਟਨਾਵਾਂ ਬੜੀ ਤੇਜ਼ੀ ਦੇ ਨਾਲ ਘਟਦੀਆਂ ਅਤੇ ਅਕਾਲੀ ਦਲ ਲਈ ਬੇਸ਼ੱਕ ਇੱਕ ਖਬਰ ਜਿਹੜੀ ਆ ਉਹ 2-3 ਦਿਨ ਤੋਂ ਬੜੀ ਖਤਰਨਾਕ ਘੁੰਮ ਰਹੀ ਆ। ਬੜੇ ਦੁਖੀ ਵੀ ਨੇ, ਉਹ ਪਰੇਸ਼ਾਨ ਵੀ ਨੇ। ਉਹਨਾਂ ਦੇ ਮਾਝੇ ਦੇ ਜਰਨੈਲ, ਕੋਈ ਕਹਿੰਦਾ ਭੱਜ ਗਏ, ਕੋਈ ਕਹਿੰਦਾ ਫਰਾਰ ਹੋ ਗਏ, ਕੋਈ ਕਹਿੰਦੇ ਹਾਈ ਕੋਰਟ 'ਚ ਆਉਣਗੇ। ਅਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਭੱਜਣ ਵਾਲੀ ਗੱਲ ਹੀ ਨਹੀਂ, ਕੋਈ ਉਹ ਹਲਕੇ 'ਚ ਹੀ ਨੇ, ਪਰ ਫੋਨ ਉਹਨਾਂ ਦਾ ਕਈ ਦਿਨਾਂ ਤੋਂ ਬੰਦ ਆ। ਇਹਦੇ ਨਾਲ ਦੀ ਨਾਲ ਇੱਕ ਖਬਰ ਉਹਨਾਂ ਲਈ ਚੰਗੀ ਆਈ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ, ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਉਹਨਾਂ ਨੂੰ ਛੱਡਿਆ ਹੋਇਆ ਸੀ ਸੇਵਾ ਸਿੰਘ ਸੇਖਵਾਂ ਦੇ ਨਾਲ, ਅਤੇ ਢੀਂਡਸਾ ਸਾਹਿਬ ਵੀ ਨਾਲ ਜੁੜ ਗਏ ਸੀ। ਹੁਣ ਸੇਖਵਾਂ ਸਾਹਿਬ ਤੇ ਰਹੇ ਨਹੀਂ ਅਤੇ ਢੀਂਡਸਾ ਸਾਹਿਬ ਕੈਪਟਨ ਨਾਲ ਰਲ ਕੇ ਭਾਜਪਾ ਵਾਲੇ ਪਾਸੇ ਨੂੰ ਤੁਰੇ ਹੋਏ ਨੇ। ਅਤੇ ਹੁਣ ਬ੍ਰਹਮਪੁਰਾ ਸਾਹਿਬ ਕਹਿੰਦੇ ਵਾਪਸ ਆ ਗਏ ਨੇ ਅਤੇ ਬਾਦਲ ਸਾਹਿਬ ਨੇ ਉਹਨਾਂ ਦਾ ਮੂੰਹ ਮਿੱਠਾ ਆਪ ਕਰਵਾਇਆ। ਕਿੱਦਾਂ ਦੇਖਦੇ ਹਾਂ ਜੀ ਇਹ ਸਾਰੀ ਘਟਨਾਕ੍ਰਮ ਨੂੰ? ਸ਼ਰਮਾ ਜੀ, ਇਹ ਖਬਰ ਅਕਾਲੀ ਦਲ ਦੀ ਕੁਛ ਕਹਿ ਸਕਦੇ ਕਿ ਸੁੱਖ ਤਾਂ ਹੈ, ਥੋੜ੍ਹਾ ਬਹੁਤ ਕਹਿੰਦੇ ਹੁੰਦੇ ਆ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਲੀ ਗੱਲ ਹੈ। ਕਿਉਂਕਿ ਤੁਸੀਂ ਯਾਦ ਕਰੋਗੇ ਕਿ ਜਦੋਂ ਇਹ ਸਰਕਾਰ 2017 ਵਿੱਚ ਹਾਰ ਜਾਂਦੀ ਆ ਜੀ, ਤੇ ਸਭ ਨੂੰ ਵੱਡੇ ਲੀਡਰ ਜਿਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਜੀ, ਇਹ ਵੱਡੇ ਤੌਰ ਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਵਿਰੋਧ ਕਰਦੇ ਆ ਵੀ ਕਿ ਤੂੰ ਐਜ ਏ ਪ੍ਰਧਾਨ ਏਡੀ ਮਾੜੀ ਹਾਲਤ ਦੇ ਵਿੱਚ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਆ, ਵੀ ਏਡੀ ਮਾੜੀ ਹਾਲ ਕਦੀ ਵੀ ਨਹੀਂ ਹੋਈ ਸੀਗੀ, ਤੇ ਤੂੰ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇ ਪ੍ਰਧਾਨਗੀ ਤੋਂ। ਤੇ ਜਿਹੜੀ ਸੀ ਉਹ ਫਿਰ ਬਾਦਲ, ਸੁਖਬੀਰ ਬਾਦਲ ਨੂੰ ਜਾਂ ਉਹਦੇ ਪਿਓ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਜਿਹੜੀ ਆ ਤੇ ਉਹ ਰਾਸ ਨਹੀਂ ਆਈ, ਤੇ ਇਹਨਾਂ ਦੇ ਖਿਲਾਫ ਉਸ ਵੇਲੇ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਲੋਕਾਂ ਨੇ ਆਪਣੀ ਕਹਿ ਸਕਦੇ ਆ ਕਿ ਹਮਦਰਦੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ। ਤੇ ਇਹ ਕਿਤੇ ਨਾ ਕਿਤੇ ਰੋਸ ਵਜੋਂ ਇਹ ਆਪਣੇ ਆਪ ਨੂੰ ਇੰਨੇ ਸੀਨੀਅਰ ਸਮਝਦੇ ਸੀ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਦੇ ਆ, ਵੀ ਜੇ ਸੁਖਬੀਰ ਬਾਦਲ ਅਸਤੀਫਾ ਦੇ ਦਿੰਦਾ ਆ, ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈ ਲੈਂਦਾ ਆ, ਤਾਂ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਬਣ ਜਾਣ। ਪਰ ਉਸ ਵੇਲੇ ਤੱਕ ਫਿਰ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਮੈਂ ਨਾ ਮੰਨੂ, ਤੇ ਇਹਨਾਂ ਨੇ ਆਪਣੇ ਫਿਰ ਵੱਖਰੇ ਰਾਸਤੇ ਬਣਾ ਲਏ। ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ, ਜਿਹਦੇ ਵਿੱਚ ਭਾਵੇਂ ਕਿ ਉਸ ਵੇਲੇ ਤੱਕ ਸੁਖਦੇਵ ਸਿੰਘ ਢੀਂਡਸਾ ਨਹੀਂ ਸ਼ਾਮਲ ਸਨ ਜੀ। ਤੇ ਉਹ ਟਕਸਾਲੀ ਜਦੋਂ ਬਣ ਜਾਂਦਾ ਆ ਤੇ ਉਸ ਤੋਂ ਬਾਅਦ ਫਿਰ MP ਦੀਆਂ ਇਲੈਕਸ਼ਨਾਂ ਵੀ ਲੜੀਆਂ ਜਾਂਦੀਆਂ ਆ। ਤੇ ਇਹਨਾਂ ਦੇ ਨਾਲ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਬੋਨੀ ਅਜਨਾਲਾ, ਪੀਰ ਮੁਹੰਮਦ, ਤੇ ਨਾਲ ਵੀਰ ਦਵਿੰਦਰ ਸਿੰਘ ਡਿਪਟੀ ਸਪੀਕਰ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਹਿਲਾਂ ਰਹੇ ਨੇ। ਇਹ ਸਾਰਾ ਫਿਰ ਜਿਹੜਾ ਖਾਸ ਕਰਕੇ ਪੁਰਾਣਾ ਸੀਗਾ, ਜਾਂ ਇਹਨੂੰ ਕਹਿ ਸਕਦੇ ਟਕਸਾਲੀ, ਇੱਕ ਪਹਿਲੇ ਅਕਾਲੀ ਸੀਗੇ, ਇਹ ਇਕੱਠੇ ਹੋ ਕੇ ਆਪਣਾ ਇੱਕ ਪਾਰਟੀ ਦਾ ਧੜਾ ਬਣਾਉਂਦੇ ਨੇ। ਉਸ ਤੋਂ ਬਾਅਦ ਫਿਰ ਸੁਖਦੇਵ ਸਿੰਘ ਢੀਂਡਸਾ ਵੀ ਕਾਫੀ ਚੁੱਪ ਰਹਿਣ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਦਾ ਉਸ ਪਾਰਟੀ ਨੂੰ ਭੰਨਤੋੜ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣ ਗਿਆ ਜੀ। ਤੇ ਇਹਨਾਂ ਦਾ ਪੂਰਾ ਇਸ ਗੱਲ ਦਾ ਉਸ ਵੇਲੇ ਤੱਕ ਪਲਾਨ ਬਣ ਚੁੱਕਾ ਸੀਗਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਛੁੱਟੀ ਹੋਵੇਗੀ ਭਾਜਪਾ ਵੱਲੋਂ, ਤੇ ਅਸੀਂ ਜਿਹੜਾ ਨਵੇਂ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਰਾਹੀਂ ਭਾਜਪਾ ਦੇ ਨਾਲ ਗੱਠਜੋੜ ਕਰਕੇ ਅਕਾਲੀ ਦਲ ਦਾ ਅਗਲਾ ਭਵਿੱਖ ਜਿਹੜਾ ਆ ਉਹ ਪੰਜਾਬ ਦੇ ਵਿੱਚ ਭਾਜਪਾ ਨੂੰ ਇਹ ਆਪਣੇ ਧੜੇ ਦੇ ਰੂਪ ਰਾਹੀਂ ਦੇਣਗੇ। ਪਰ ਉਹ ਬਦਕਿਸਮਤੀ ਦੇ ਨਾਲ ਹੀ ਕਿਸਾਨੀ ਅੰਦੋਲਨ ਵਾਲੇ ਉਹ ਬਿੱਲ ਕਾਨੂੰਨ ਆ ਗਏ, ਤੇ ਉਹ ਕਾਨੂੰਨ ਆਉਣ ਤੋਂ ਬਾਅਦ ਭਾਜਪਾ ਨੂੰ ਫਿਰ ਵੱਡੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਤੇ ਉਹ ਜਿਹੜੀ ਗੱਲ ਫਿਰ ਇਹਨਾਂ ਦੀ ਬਣੀ ਨਹੀਂ। ਤੇ ਹੁਣ ਜਦੋਂ ਕਾਨੂੰਨ ਵਾਪਸ ਹੋ ਗਏ ਨੇ, ਕਿਸਾਨ ਘਰਾਂ ਨੂੰ ਆ ਗਏ ਨੇ, ਤੇ ਭਾਜਪਾ ਦੇ ਵਿੱਚ ਲੋਕੀ ਜਾ ਕੇ ਛਾਲਾਂ ਮਾਰ ਕੇ ਜਾਣ ਨੂੰ ਇਸ ਵੇਲੇ ਤਿਆਰ ਨੇ। ਤੇ ਸੁਖਦੇਵ ਸਿੰਘ ਢੀਂਡਸਾ ਦਾ ਜਿਹੜਾ ਗਰੁੱਪ ਆ ਉਹ ਕਿਤੇ ਨਾ ਕਿਤੇ ਭਾਜਪਾ ਦੇ ਨੂੰ ਜਿਹੜੀ ਅਕਾਲੀ ਦਲ ਦਾ ਬਾਦਲ ਵਾਲੀ
ਜਿਹੜੀ ਉਹਨਾਂ ਨੂੰ ਤੋੜ ਵਿਛੋੜਾ ਹੋਇਆ ਉਹ ਭਰਪਾਈ ਕਰਨ ਲਈ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਆ। ਪਰ ਰਣਜੀਤ ਸਿੰਘ ਬ੍ਰਹਮਪੁਰਾ ਜਿਹੜਾ ਸੀਗਾ ਉਹ ਕਿਸੇ ਤਰ੍ਹਾਂ ਵੀ ਭਾਜਪਾ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਸੀ। ਪਰ ਰਣਜੀਤ ਸਿੰਘ ਬ੍ਰਹਮਪੁਰਾ ਕੋਲ ਹੋਰ ਕੋ ਹੁਣ ਇਸ ਵੇਲੇ ਪਲੇਟਫਾਰਮ ਕੋ ਬਚਦਾ ਨਹੀਂ ਹੈਗਾ, ਤੇ ਇਸ ਕਰਕੇ ਫਿਰ ਉਹਨਾਂ ਨੂੰ ਇੱਕ ਚਿੰਤਾ ਵੱਡ ਖਾ ਰਹੀ ਸੀ ਵੀ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸੁਖਬੀਰ ਬਾਦਲ ਨਾਲੋਂ ਅਲੱਗ ਹੋਏ ਸੀਗੇ। ਤੇ ਉਹਦੀ ਫਿਰ ਕੜੀ ਨੂੰ ਦੇਖਿਆ ਜਾਊਗਾ ਵੀ ਤੁਸੀਂ ਅੱਜ ਦੀਆਂ ਅਖਬਾਰਾਂ 'ਚ ਦੇਖੋ ਬਈ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਿਹੜਾ ਇੱਕ ਬਿਆਨ ਅੱਜ ਆਇਆ ਆ, ਉਹਨੂੰ ਵੀ ਜਿਹੜੇ ਰਾਜਨੀਤਿਕ ਹਲਕੇ ਇਹ ਦੇਖ ਰਹੇ ਆ ਵੀ ਉਹ ਜਿਹੜੀ ਇੱਕ ਉਸ ਵੇਲੇ ਦੀ ਸਹੁੰ ਖਾਧੀ ਸੀਗੀ ਜਾਂ ਅਰਦਾਸ ਕੀਤੀ ਸੀਗੀ, ਉਹਨੂੰ ਮੋੜਾ ਪਾਉਣ ਲਈ ਇਹ ਜਿਹੜਾ ਬਿਆਨ ਅੱਜ ਜਥੇਦਾਰ ਸਾਹਿਬ ਦਾ ਆਇਆ ਵੀ ਸਾਰੀਆਂ ਧਾਰਮਿਕ ਸੰਸਥਾਵਾਂ, ਸਾਰੀਆਂ ਸਿੱਖੀ ਨੂੰ ਸਮਰਪਿਤ ਸੰਸਥਾਵਾਂ, ਸਾਰੇ ਜਿਹੜੇ ਲੋਕ ਆ ਆਪੋ ਆਪਣੇ ਮਨ ਭੇਦ ਜਿਹੜੇ ਆ ਉਹ ਭੁਲਾ ਕੇ ਆਪੋ ਆਪਣੀਆਂ ਜਿਹੜੀਆਂ ਟਸਰਾਂ ਦਿਲ ਦੇ ਵਿੱਚੋਂ ਕੱਢ ਕੇ ਇਸ ਵੇਲੇ ਪੰਥ ਨੂੰ ਜਿਹੜੀ ਉਹ ਇਕੱਠੇ ਹੋਣ ਦੀ ਲੋੜ ਆ। ਤੇ ਉਹਦੀ ਕੜੀ ਦੇ ਵਿੱਚ ਤੁਸੀਂ ਫਿਰ ਦੇਖ ਲਓ ਪੰਥ ਅੱਜ ਰਣਜੀਤ ਸਿੰਘ ਬ੍ਰਹਮਪੁਰਾ ਦੇ ਰੂਪ ਦੇ ਵਿੱਚ ਇਕੱਠਾ ਹੋ ਗਿਆ। ਤੇ ਕਾਫੀ ਦਿਨਾਂ ਦੀ ਇਹ ਗੱਲਬਾਤ ਚੱਲ ਰਹੀ ਸੀਗੀ। ਪ੍ਰਕਾਸ਼ ਸਿੰਘ ਬਾਦਲ ਅੱਜ ਉੱਥੇ ਆਪ ਹਾਜ਼ਰ ਸੀਗੇ। ਇਹਨੂੰ ਦੇਖ ਕੇ ਲੱਗਦਾ ਆ ਕਿ ਜਿਹੜੀ ਇਹ ਰਾਜਨੀਤਿਕ ਖੇਡ ਆ ਇਹ ਕਦੀ ਵੀ ਬਦਲੀ ਜਾ ਸਕਦੀ, ਕਦੀ ਵੀ ਨਵੀਂ ਬਣਾਈ ਜਾ ਸਕਦੀ ਆ, ਕਦੀ ਵੀ ਨਵੀਂ ਉਸਾਰੀ ਜਾ ਸਕਦੀ ਆ। ਜੀ ਸ਼ਰਮਾ ਜੀ। ਬਿਲਕੁਲ ਬਿਲਗਾ ਸਾਹਿਬ, ਠੀਕ ਤੁਸੀਂ ਦੱਸਿਆ। ਕਹਿੰਦੇ ਰਾਜਨੀਤੀ ਦੇ ਵਿੱਚ ਪੱਕੀਆਂ ਦੋਸਤੀਆਂ ਤੇ ਪੱਕੀਆਂ ਦੁਸ਼ਮਣੀਆਂ ਨਹੀਂ ਹੁੰਦੀਆਂ, ਹਾਲਾਤਾਂ ਦੇ ਖੇਡ ਨੇ, ਕਦੇ ਵੀ ਕੋਈ ਇੱਧਰ ਹੋ ਸਕਦਾ ਤੇ ਕਦੇ ਵੀ ਕੋਈ ਉੱਧਰ ਹੋ ਸਕਦਾ। ਜਿਵੇਂ ਕਿ ਕਿਆਸ ਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਕਿ ਜੇਕਰ ਪੰਜਾਬ ਵਿਧਾਨ ਸਭਾ ਦੇ ਵਿੱਚ ਖਿਚੜੀ ਬਣੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਇਕੱਠੇ ਹੋ ਕੇ ਵੀ ਸਰਕਾਰ ਬਣਾ ਸਕਦੇ ਨੇ। ਸਰਕਾਰ ਬਣਾਉਣ ਤੋਂ ਗੱਲ ਯਾਦ ਆਈ, ਮੋਦੀ ਸਾਹਿਬ ਵੀ ਕਹਿੰਦੇ ਪੰਜਾਬ ਆਉਣ ਲਈ ਤਿਆਰ ਬੈਠੇ ਨੇ ਤੇ ਉਹਨਾਂ ਨੇ ਵੀ ਵੱਡੇ ਪੈਕੇਜ ਦਾ ਜਿਹੜਾ ਪਲਾਨ ਤੇ ਰੂਪ ਰੇਖਾ ਤਿਆਰ ਕੀਤੀ ਹੋਈ ਆ। ਤੇ ਪੰਜਾਬ ਕੈਬਨਿਟ ਵੀ ਹਫ਼ਤੇ ਬਾਅਦ ਮੀਟਿੰਗ ਕਰ ਲੈਂਦੀ ਆ। ਅੱਜ ਵੀ ਕਹਿੰਦੇ ਮੀਟਿੰਗ ਹੋਣੀ ਆ, ਕੋਈ ਤਹਿਸੀਲਾਂ ਨਵੀਆਂ 2-3 ਹੋਰ ਬਣਾ ਦੇਣੀਆਂ। ਇਹ ਕੀ ਕਹਾਣੀ ਆ ਜੀ? ਸ਼ਰਮਾ ਜੀ, ਇਹ ਬਿਲਕੁਲ ਮੀਟਿੰਗਾਂ ਜਿਹੜੀਆਂ ਕੈਬਨਿਟ ਦੀ ਉਹ ਤੈਅ ਹੋਈ ਆ। ਪਰ ਜੇਕਰ ਹੁਣ ਲੁਧਿਆਣਾ ਘਟਨਾ ਨੂੰ ਲੈ ਕੇ ਹੋ ਸਕਦਾ ਕਿ ਸਮਾਂ ਉਹਦੇ ਵਿੱਚ ਕੋਈ ਤਬਦੀਲ ਵੀ ਕੀਤਾ ਜਾ ਸਕਦਾ ਜਾਂ ਦੇਰ ਰਾਤ ਉਹ ਮੀਟਿੰਗ ਕੀਤੀ ਜਾ ਸਕਦੀ ਆ ਜੀ। ਤੇ ਭਾਵੇਂ ਕਿ ਮੁੱਖ ਮੰਤਰੀ ਅੱਜ ਸਵੇਰ ਦੇ ਕਾਫੀ ਬਿਜੀ ਚੱਲ ਰਹੇ ਸਨ ਤੇ ਆਹ ਘਟਨਾ ਘਟਣ ਦੇ ਨਾਲ ਮੁੱਖ ਮੰਤਰੀ ਇਸ ਵਕਤ ਸ਼ਾਇਦ ਥੋੜਾ ਲੇਟ ਪਹੁੰਚਣ, ਪਰ ਇਹਦੇ ਵਿੱਚ ਕੁਝ ਸ਼ਹਿਰਾਂ ਨੂੰ ਤਹਿਸੀਲਾਂ ਤੇ ਸਬ ਤਹਿਸੀਲਾਂ ਬਣਾਉਣ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਆ, ਜਿਨ੍ਹਾਂ ਦੇ ਵਿੱਚ ਆਦਮਪੁਰ ਔਰ ਤੇ ਹੋਰ ਕੁਝ ਜਿਹੜੇ ਸ਼ਹਿਰ ਆ ਉਹ ਟਾਂਡੇ ਦੀ ਵੀ ਕਹਾਣੀ, ਸ਼ਾਇਦ ਟਾਂਡਾ ਵੀ ਆ। ਬਿਲਕੁਲ ਸਬ ਤਹਿਸੀਲਾਂ ਦੇ ਰੂਪ ਦੇ ਵਿੱਚ ਉਹ ਆਪਣੀਆਂ ਨਵੀਆਂ ਸੇਵਾਵਾਂ ਲੋਕਾਂ ਨੂੰ ਦੇ ਸਕਦੇ ਆ। ਦੇਖਦੇ ਆ ਕਿ ਹੁਣ ਮੀਟਿੰਗ ਇਹ ਅੱਜ ਹੋ ਪਾਉਂਦੀ ਆ ਕਿ ਜਾਂ ਕੁਝ ਸਮੇਂ ਲਈ ਅੱਗੇ ਜਾਂਦੀ ਆ। ਇਹਨਾਂ ਸ਼ਹਿਰਾਂ ਦੀਆਂ ਜਿਹੜੀਆਂ ਕਹਿ ਸਕਦੇ ਤਹਿਸੀਲਾਂ ਪਹਿਲਾਂ ਵੀ ਬਣੀਆਂ ਹੋਈਆਂ ਨੇ ਕਾਫੀ ਸ਼ਹਿਰਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਨਵੀਆਂ ਗੱਲ ਕੀ ਕਰੋਗੇ ਸ਼ਰਮਾ ਜੀ? ਤੁਸੀਂ ਤਹਿਸੀਲਾਂ ਬਣਾ ਕੇ ਬਿਲਡਿੰਗਾਂ ਬਣਾ ਕੇ ਲੋਕਾਂ ਦੇ ਭਲੇ ਨਹੀਂ ਨਾ ਹੋਣੇ। ਨਹੀਂ ਬਿਲਗਾ ਸਾਹਿਬ, ਏਦਾਂ ਨਾ ਕਰੋ। ਇੰਨੀ ਛੇਤੀ ਬਿਲਡਿੰਗਾਂ ਕਿੱਥੇ ਬਣਨੀਆਂ? ਕਿਰਾਏ ਦੀਆਂ ਬਿਲਡਿੰਗਾਂ ਜਾਂ ਕੋਈ ਧਾਰਮਿਕ ਸੰਸਥਾਨ ਦੇ 2-3 ਕਮਰੇ ਲੈ ਕੇ, ਪਿੱਛੇ ਜੇ ਸ਼ਾਮ-ਚੁਰਾਸੀ ਤਹਿਸੀਲ ਬਣਾਈ ਸੀ, ਉੱਥੇ ਇੱਕ ਧਾਰਮਿਕ ਜਗ੍ਹਾ ਆ, ਉਹਦੇ 2 ਕਮਰਿਆਂ 'ਚ ਤਹਿਸੀਲ ਬਣੀ ਹੋਈ ਆ। ਆਦਮਪੁਰ ਨੂੰ ਲੈ ਕੇ ਚਰਚਾ ਵੀ ਚੱਲਦੀ ਰਹੀ ਆ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਆਪ ਉੱਥੋਂ ਚੋਣ ਲੜਨਗੇ ਜਾਂ ਫਿਰ ਉਹਦੇ ਨਾਲ ਦੁਆਬੇ ਦੇ ਵਿੱਚ ਜਿਹੜੀਆਂ ਵੱਖਰੀ ਇੱਕ ਜਾਤੀ ਵਿਸ਼ੇਸ਼ ਦੀਆਂ ਵੋਟਾਂ ਉਹਨਾਂ 'ਤੇ ਅਸਰ ਪਾਉਣਾ। ਤੇ ਟਾਂਡੇ ਤੋਂ ਵੀ ਜਿਹੜੇ ਮੰਤਰੀ ਬਣਾਏ ਗਏ ਨੇ ਉਹਨਾਂ ਦਾ ਬੜੇ ਦਿਨਾਂ ਤੋਂ ਜ਼ੋਰ ਸੀ। ਇਹ ਵਿਕਾਸ ਦਾ ਰੌਲਾ ਨਹੀਂ, ਵੋਟਾਂ ਦਾ ਰੌਲਾ ਸਾਰਾ। ਅਸੀਂ ਅਗਲੀ ਗੱਲ ਕਰੀਏ। ਤੁਸੀਂ ਮੁੱਖ ਮੰਤਰੀ ਸਾਹਿਬ ਦੇ ਬਹੁਤ ਵਿਅਸਤ ਹੋਣ ਦੀ ਗੱਲ ਕੀਤੀ। ਬਿਲਗਾ ਸਾਹਿਬ ਸੌਰੀ, ਮੈਂ ਤੁਹਾਡੀ ਗੱਲ ਵਿੱਚ ਹੀ ਕੱਟ ਦਿੱਤੀ। ਕਿਸਾਨ ਅੰਦੋਲਨ ਨੇ ਜਿੰਨੀ ਆਪਣੀ ਟੌਰ ਬਣਾਈ ਸੀ, ਜਿੰਨੀ ਆਪਣੀ ਭੱਲ ਬਣਾਈ ਸੀ, ਤੇ ਇੱਕ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਜਿੰਨੀ ਉਹਨਾਂ ਜਥੇਬੰਦੀਆਂ ਦੀ ਇੱਕ ਤਾਕਤ ਬਣੀ ਸੀ, ਜਿਹਦੇ ਨੇ ਕਿ ਕਿਹਾ ਜਾਂਦਾ ਕਿ ਅਜੇਤੂ ਦਿਸਣ ਵਾਲੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਤੇ ਉਹਨਾਂ ਨੇ ਉਹਦੇ ਲਈ ਦਿਨ ਵੀ ਇੱਕ ਖਾਸ ਚੁਣਿਆ ਸੀ। ਅੱਜ ਉਸੇ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ। ਉਹ ਦੱਸੋ ਜੀ ਕਿਵੇਂ ਦੀ ਰਹੀ ਤੇ ਕਿੱਥੇ ਤੱਕ ਗੱਲ ਪਹੁੰਚੀ? ਬਿਲਕੁਲ, ਇਹ ਤਕਰੀਬਨ ਅੰਦੋਲਨ ਜਿੱਦਾਂ ਦਾ ਸਮਾਪਤੀ ਕਰਕੇ ਆਏ ਨੇ 10-11 ਤਰੀਕ ਦੇ ਪੰਜਾਬ ਦੀ ਧਰਤੀ ਉੱਪਰ ਕਿਸਾਨ ਜਥੇਬੰਦੀਆਂ ਵਾਲੇ ਜੀ, ਉਹਨਾਂ ਨੇ ਉਸੇ ਵੇਲੇ ਐਲਾਨ ਕਰ ਦਿੱਤਾ ਸੀ, ਕਿਉਂਕਿ ਇਹ 3 ਗਰੁੱਪ ਹਜੇ ਤੱਕ ਮੋਟੇ ਤੌਰ ਤੇ ਮੰਨੇ ਜਾਂਦੇ ਨੇ। ਇੱਕ ਤਾਂ ਜਿਹੜੀਆਂ ਐਸਕੇਐਮ ਦੇ ਵਿੱਚ 32 ਕਿਸਾਨ ਜਥੇਬੰਦੀਆਂ ਉਹ ਇੱਕ ਗਰੁੱਪ ਮੰਨੀਆਂ ਜਾਂਦੀਆਂ ਜੀ। ਤੇ ਉਸ ਤੋਂ ਬਾਅਦ ਇੱਕ ਸਰਵਣ ਸਿੰਘ ਪੰਧੇਰ ਵਾਲਾ ਗਰੁੱਪ ਮੰਨਿਆ ਜਾਂਦਾ ਜਿਹੜਾ ਕਿ ਮਾਝੇ ਨਾਲ ਸੰਬੰਧ ਰੱਖਦਾ ਆ ਜੀ। ਉਸ ਤੋਂ ਬਾਅਦ ਤੀਸਰਾ ਗਰੁੱਪ ਮੰਨਿਆ ਜੋਗਿੰਦਰ ਸਿੰਘ ਗਰਾਹਾਂ ਦਾ, ਜਿਹਦਾ ਕਿ ਮਾਲਵੇ ਦੇ ਵਿੱਚ ਬਹੁਤ ਵੱਡਾ ਕੇਡਰ ਆ। ਭਾਵੇਂ ਕਿ ਇਹਨਾਂ ਦੂਜੀਆਂ ਦੋਨਾਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਨੂੰ ਸਾਰਿਆਂ ਨੂੰ ਪ੍ਰਵਾਨ ਕੀਤਾ, ਮੰਨਿਆ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿਚਾਰਾਂ ਦੇ ਵਿੱਚ ਬਖਰੇਵੇਂ ਹੋਣ ਕਰਕੇ ਇਹ ਤਿੰਨੇ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਸੀਗੀ, ਭਾਵੇਂ ਕਿ ਸਰਵਣ ਸਿੰਘ ਪੰਧੇਰ ਨਾਲ ਤਾਂ ਨਹੀਂ ਅੱਜ ਹੋ ਸਕੀ, ਜੋਗਿੰਦਰ ਸਿੰਘ ਉਗਰਾਹਾਂ ਨੇ ਜਿਹੜੀ ਅੱਜ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਆ। ਲਗਭਗ ਮੁੱਦੇ ਜਿਹੜੇ ਸੀਗੇ ਜਾਂ ਮੰਗਾਂ ਸੀ ਉਹੋ ਹੀ ਜਿਹੜੀਆਂ ਪਿਛਲੇ ਸਮੇਂ ਤੋਂ ਉਹਨਾਂ ਨੂੰ ਮੰਗੀਆਂ ਜਾ ਰਹੀਆਂ ਜਾਂ ਸਰਕਾਰ ਨੂੰ ਕਹੀਆਂ ਜਾ ਰਹੀਆਂ, ਉਹੀ ਤਕਰੀਬਨ ਦੁਹਰਾਈਆਂ ਗਈਆਂ, ਜਿਨ੍ਹਾਂ ਵਿੱਚ ਅੱਜ ਫਿਰ ਸਮਾਂ ਥੋੜਾ ਹੋਣ ਕਰਕੇ ਕੁਝ ਮੰਗਾਂ ਜਿਹੜੀਆਂ ਆ ਉਹ ਮੌਕੇ ਤੇ ਹੀ ਸਟੱਡੀ ਕਰ ਲਈਆਂ ਗਈਆਂ
ਕੁਝ ਮੰਗਾਂ ਨੂੰ ਲੈ ਕੇ ਫਿਰ ਮੁੱਖ ਮੰਤਰੀ ਦੇ ਨਾਲ ਦੁਬਾਰਾ 29 ਤਰੀਕ ਬੁੱਧਵਾਰ ਦਾ ਜਥੇਬੰਦੀਆਂ ਦਾ ਟਾਈਮ ਸੈੱਟ ਹੋਇਆ ਵੀ ਫਾਈਨਲ ਜਿਹੜੀ ਆ ਗੱਲ ਉਦਣ ਕੀਤੀ ਜਾਊਗੀ। ਤੇ ਇਹਦੇ ਵਿੱਚ ਸ਼ਰਮਾ ਜੀ ਮੁੱਖ ਜਿਹੜੀਆਂ ਮੰਗਾਂ ਸੀਗੀਆਂ ਉਹਦੇ ਵਿੱਚ ਉਹ ਜਿਹੜੀ ਕਰਜ਼ੇ ਨੂੰ ਲੈ ਕੇ ਸੀਗੀ, ਤੇ ਉਹਦੇ ਵਿੱਚ ਬੈਂਕ, ਨੈਸ਼ਨਲ ਬੈਂਕਾਂ ਦਾ ਤੇ ਕੋਆਪਰੇਟ ਸੁਸਾਇਟੀਆਂ ਦਾ ਉਹ ਤਾਂ ਕਰਜ਼ੇ ਮਾਫ ਹੋ ਗਏ ਸਨ। ਇੱਕ ਖੇਤੀਬਾੜੀ ਬੈਂਕਾਂ ਜਿਹੜੀਆਂ ਲੈਂਡ ਮਾਰਗੇਟ ਇਦਾਂ ਦਾ ਕੁਝ ਉਹਨਾਂ ਦਾ ਨਾਂ ਆ, ਤੇ ਉਹ ਖੇਤੀਬਾੜੀ ਬੈਂਕਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਕਰਜ਼ਾ ਕੋਈ ਵੀ ਨਹੀਂ ਸੀ ਮਾਫ ਹੋਇਆ। ਤੇ ਉਹਦਾ ਵੀ ਜਿਹੜਾ ਰਿਕਾਰਡ ਜਿਹੜਾ ਆ ਉਹ ਮੁੱਖ ਮੰਤਰੀ ਨੇ ਭਰੋਸਾ ਦੇ ਦਿੱਤਾ ਵੀ ਮੈਂ ਮੰਗਾ ਕੇ ਚੈੱਕ ਕਰਵਾ ਲੈਣਾ, ਤੇ ਉਹ ਵੀ 2 ਲੱਖ ਤੱਕ ਦਾ ਕਰਜ਼ਾ ਜਿਹੜਾ ਆ ਉਹ ਉਹਨਾਂ ਤਰੀਕਾਂ ਦੇ ਮੁਤਾਬਕ ਜਿਹੜਾ ਉਹ ਵੀ ਕੀਤਾ ਜਾਊਗਾ। ਫਿਰ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਬਈ ਜਿਹੜੀਆਂ ਪੰਜਾਬ ਦੇ ਵਿੱਚ ਮੁਕੱਦਮੇ ਦਰਜ ਹੋਏ ਆ ਖੇਤੀ ਅੰਦੋਲਨ ਦੌਰਾਨ, ਤੇ ਉਹਦੇ ਵਿੱਚ 234 ਮੁਕੱਦਮੇ ਟੋਟਲ ਜਿਹੜੇ ਆ ਉਹ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਸਨ, ਜਿਹਦੇ ਵਿੱਚੋਂ 223 ਮੁਕੱਦਮੇ ਜਿਹੜੇ ਆ 211 ਮੁਕੱਦਮੇ ਜਿਹੜੇ ਆ ਉਹ ਬਿਲਕੁਲ ਉਹ ਕੈਂਸਲ ਪੰਜਾਬ ਪੁਲਿਸ ਨੇ ਕਰ ਦਿੱਤੇ, ਤੇ 11 ਮੁਕੱਦਮੇ ਜਿਹੜੇ ਰਹਿੰਦੇ ਆ ਉਹ ਵੀ ਉਹਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਵਾਪਸ ਲੈ ਲਵਾਂਗੇ। ਫਿਰ ਉਸ ਤੋਂ ਬਾਅਦ ਚੱਲੀ ਗੱਲ ਟੋਲ ਪਲਾਜ਼ਿਆਂ ਦੀ, ਤੇ ਟੋਲ ਪਲਾਜ਼ਿਆਂ ਉੱਤੇ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦੇ ਨੇ ਉਹ ਜਿਹੜੇ ਟੋਲ ਪਲਾਜ਼ਿਆਂ ਦੇ ਰੇਟ ਪੁਰਾਣੇ ਹੀ ਆ, ਅਸੀਂ ਉਹ ਨਵਾਂ ਰੇਟ ਕੋਈ ਨਹੀਂ ਲਾਗੂ ਕੀਤਾ। ਤੇ ਰਹੀ ਗੱਲ ਜਿਹੜੇ ਨੈਸ਼ਨਲ ਹਾਈਵੇ ਦੇ ਨੇ, ਤੇ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਆ ਨਿਤਨ ਗਡਕਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਉਹਨੇ ਭਰੋਸਾ ਸਾਨੂੰ ਦੇ ਦਿੱਤਾ ਆ ਵੀ ਨਵੇਂ ਰੇਟ ਨਹੀਂ ਵਧਾਏ ਜਾਣਗੇ, ਪੁਰਾਣੇ ਰੇਟਾਂ ਨਾਲ ਹੀ ਟੋਲ ਪਲਾਜ਼ਿਆਂ ਦੀ ਦੁਬਾਰਾ ਚਿੱਠੀ ਆ ਜਾਊਗੀ ਤੇ ਪੁਰਾਣੇ ਰੇਟਾਂ ਤੇ ਹੀ ਟੋਲ ਪਲਾਜ਼ੇ ਚਲਾਏ ਜਾਣਗੇ। ਇਹ ਕੁਝ ਮੰਗਾਂ ਨੂੰ ਲੈ ਕੇ ਇਹ ਅੱਜ ਮੀਟਿੰਗ ਜਿਹੜੀ ਉਹਨਾਂ ਦੀ ਸੁਖਾਵੇਂ ਮਾਹੌਲ 'ਚ ਹੋਈ ਆ, ਤੇ 29 ਤਰੀਕ ਨੂੰ ਆਖਰੀ ਫੈਸਲੇ ਲਏ ਜਾਣਗੇ। ਇੱਕ ਸਭ ਤੋਂ ਵੱਡੀ ਸ਼ਰਮਾ ਜੀ ਗੱਲ ਹੋਈ ਆ ਵੀ ਤੁਸੀਂ ਪਿਛਲੇ ਦਿਨੀ ਇੱਕ DSP ਵੱਲੋਂ ਆਪਾਂ ਇਹ ਗੁੰਡਾਗਰਦੀ ਸ਼ਬਦ ਵੀ ਇਹ ਵਰਤ ਲਈਏ ਤਾਂ ਕੋਈ ਮਾੜਾ ਨਹੀਂ ਹੋਊਗਾ। ਇੱਕ ਟੀਚਰਾਂ ਦੀ ਬੱਸ ਦੇ ਵਿੱਚ ਬੈਠੀਆਂ ਬੀਬੀਆਂ ਭੈਣਾਂ ਸਾਡੀਆਂ ਧੀਆਂ ਪੰਜਾਬਾਂ ਦੀਆਂ ਦਾ ਠੀਕ ਹੈ, ਉਹਨਾਂ ਦਾ ਮੁਜ਼ਾਹਰਾ ਕਰਨਾ ਦਾ ਹੱਕ ਬਣਦਾ, ਉਹਨਾਂ ਨੂੰ ਤੁਹਾਨੂੰ ਬੱਸ 'ਚ ਬਾੜਨ ਤੱਕ ਦੀ ਜਿਹੜੀ ਕਾਰਵਾਈ ਤੁਹਾਡੀ ਬਣਦੀ ਵੀ ਭਾਵੇਂ ਤੁਹਾਨੂੰ ਜ਼ਬਰਦਸਤੀ ਚੱਕ ਕੇ ਬੱਸ 'ਚ ਲੱਦਣੇ ਪੈਣ, ਪਰ ਬੱਸ ਦੇ ਵਿੱਚ ਬੈਠਿਆਂ ਜਿੱਦਾਂ ਹੁੰਝਾਂ ਮਾਰੀਆਂ ਗਈਆਂ, ਡਾਂਗ ਫੇਰੀ ਗਈ ਉੱਥੇ ਲੜਕੀਆਂ ਦੇ ਟੀਚਰਾਂ ਦੇ, ਉਹਨੂੰ ਲੈ ਕੇ ਜਥੇਬੰਦੀਆਂ ਨੇ ਅਗਰਾਹਾਂ ਸਾਹਿਬ ਨੇ ਸਟੈਂਡ ਲਿਆ ਵੀ ਉਹ DSP ਮਾਨਸਾ ਨੂੰ ਉਹ ਸਸਪੈਂਡ ਕੀਤਾ ਜਾਵੇ। ਤੇ ਉਹਦੇ ਵੀ ਉਹਨਾਂ ਨੇ ਉਸੇ ਵੇਲੇ ਭਰੋਸਾ ਦੇ ਦਿੱਤਾ ਵੀ ਅਸੀਂ ਹੁਣੇ ਹੀ ਮੰਗਾ ਕੇ ਉਹਦੀ ਕਾਰਵਾਈ ਸਾਰੀ ਉਹਨੂੰ ਸਸਪੈਂਡ ਕਰਨ ਦੇ ਹੁਣੇ ਹੀ ਆਰਡਰ ਕਰ ਦਾਂਗੇ ਵੀ ਉਸ ਬੰਦੇ ਨੇ ਇਹ ਕਾਰਵਾਈ ਜਿਹੜੀ ਆ ਉਹ ਗਲਤ ਕੀਤੀ ਆ। ਇਹ ਚੀਜ਼ਾਂ ਨੂੰ ਲੈ ਕੇ ਜਥੇਬੰਦੀਆਂ ਮਿਲੀਆਂ ਨੇ ਤੇ ਸਖਾਵੇਂ ਮਾਹੌਲ 'ਚ ਮੀਟਿੰਗ ਹੋਈ ਆ। ਹੁਣ ਦੇਖਦੇ ਹਾਂ 29 ਤਰੀਕ ਨੂੰ ਜਿਹੜੇ ਮਸਲੇ ਰਹਿੰਦੇ ਨੇ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਕਿੱਦਾਂ ਹੱਲ ਕਰਦੇ ਨੇ। ਬਿਲਕੁਲ ਬਿਲਗਾ ਸਾਹਿਬ, ਸਾਰਾ ਪੰਜਾਬ ਇਸ ਗੱਲ ਲਈ ਦੇਖ ਰਿਹਾ, ਨਜ਼ਰ ਟਿਕੀ ਹੋਈ ਆ ਕਿ ਕੀ ਕਿਸਾਨੀ ਅੰਦੋਲਨ ਦੇ ਇਹ ਲੋਕ, ਕੀ ਇਹ ਜਥੇਬੰਦੀਆਂ ਇਲੈਕਸ਼ਨ 'ਚ ਉਤਰਦੀਆਂ ਨੇ ਕਿ ਨਹੀਂ ਉਤਰਦੀਆਂ, ਜੇ ਨਹੀਂ ਉਤਰਦੀਆਂ ਤਾਂ ਕੀ ਕਿਸੇ ਨੂੰ ਸਿੱਧਾ ਜਾਂ ਅਸਿੱਧਾ ਭਰੋਸਾ ਦਿੰਦੀਆਂ ਕਿ ਨਹੀਂ ਦਿੰਦੀਆਂ। ਪਰ ਮੇਰਾ ਨਿੱਜੀ ਤੌਰ 'ਤੇ ਜਾਂ ਸਾਡਾ ਇਹ ਮੰਨਣਾ ਆ ਕਿ ਜੇ ਇਹ ਇਸੇ ਤਰੀਕੇ ਦੇ ਨਾਲ ਇਕਜੁੱਟ ਰਹਿਣ ਤੇ ਬਾਕੀ ਵੀ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਨੇ, ਚਾਹੇ ਉਹ ਅਧਿਆਪਕਾਂ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ ਬੈਂਕਾਂ ਨਾਲ ਜੁੜੀਆਂ ਹੋਈਆਂ ਨੇ, ਮਹਿਕਮੇ ਮਾਲ ਨਾਲ ਜੁੜੀਆਂ ਹੋਈਆਂ ਨੇ, ਸਫਾਈ ਕਰਮਚਾਰੀਆਂ ਦੀਆਂ ਕੋਈ ਜਥੇਬੰਦੀਆਂ ਨੇ, ਡਾਕਟਰਾਂ ਦੀਆਂ ਕੋਈ ਜਥੇਬੰਦੀਆਂ ਨੇ, ਪੰਜਾਬ ਰੋਡਵੇਜ਼ ਦੀਆਂ ਕੋਈ ਜਥੇਬੰਦੀਆਂ ਨੇ, ਜਿੱਥੇ ਵੀ ਕਿਤੇ ਮਜ਼ਦੂਰ ਸੰਗਠਨ ਨੇ, ਜਿੱਥੇ ਵੀ ਕੋਈ ਕੰਮ ਕਰਨ ਵਾਲੇ ਲੋਕ ਨੇ ਜਿਨ੍ਹਾਂ ਦੇ ਹੱਕਾਂ ਦੀ ਅਦਾਇਗੀ ਨਹੀਂ ਹੁੰਦੀ, ਜੇ ਇਹ ਸਾਰੇ ਇੱਕ ਵੱਡਾ ਧੜਾ, ਇੱਕ ਚੰਗਾ ਗਰੁੱਪ ਬਣਾ ਲੈਣ ਤੇ ਸਰਕਾਰ ਕਿਸੇ ਦੀ ਵੀ ਹੋਵੇ ਮੰਨੀ ਇਹਨਾਂ ਦੀ ਜਾਵੇਗੀ, ਤੇ ਜਿਹੜੀ ਸੱਚਾਈ ਆ ਉਹ ਫਿਰ ਪੰਜਾਬ ਦੇ ਤੇ ਪੰਜਾਬ ਸਰਕਾਰ ਦੇ ਫੈਸਲਿਆਂ ਦੇ ਨੇੜੇ ਤੇੜੇ ਰਹੇਗੀ। ਉਹ ਜਿਹੜੀ DSP ਵਾਲੀ ਤੁਸੀਂ ਗੱਲ ਦੱਸੀ ਉਹ ਬਿਲਕੁਲ ਠੀਕ ਆ। ਜਦੋਂ ਕੋਈ ਵੀ ਅਹੁਦਾ ਤੁਹਾਡੇ ਸਿਰ ਤੇ ਚੜ੍ਹ ਜਾਏ ਤੇ ਤੁਸੀਂ ਉਸ ਅਹੁਦੇ ਦੀ ਵਰਤੋਂ ਜਿਹੜੀ ਆ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਰੋ, ਭਾਵੇਂ ਉਸ ਬੰਦੇ ਨੇ ਸਰਕਾਰ ਦੇ ਕਹਿਣ ਤੇ ਹੀ ਉਹ ਸਾਰਾ ਕੁਝ ਕੀਤਾ ਹੋਊਗਾ, ਪਰ ਜਦੋਂ ਫਿਰ ਉਹ ਸਹੁੰ ਚੁੱਕ ਕੇ ਅਫਸਰ ਬਣਦੇ ਨੇ ਉਦੋਂ ਜਿਹੜੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ ਉਹ ਭੁੱਲਣੀਆਂ ਨਹੀਂ ਚਾਹੀਦੀਆਂ। ਸੋ ਹੁਣ ਜੇ ਉਸ ਅਫਸਰ ਨੂੰ ਸੇਕ ਲੱਗਦਾ ਆ, ਕੋਈ ਕਾਰਵਾਈ ਉਹਨਾਂ ਤੇ ਹੁੰਦੀ ਆ, ਤੇ ਫਿਰ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਪਊਗੀ ਕਿ ਮਨੁੱਖੀ ਹੱਕ ਜਿਹੜੇ ਨੇ ਉਹ ਕਿਸੇ ਵੀ ਅਹੁਦੇ ਨਾਲੋਂ ਵੱਡੇ ਹਨ। ਉਹਨਾਂ ਦਾ ਜਿਹੜਾ ਘਾਣ ਕਰਨਾ ਉਹ ਕਿਸੇ ਵੀ ਵੇਲੇ ਜਿਹੜਾ ਆ ਤੁਹਾਨੂੰ ਮਹਿੰਗਾ ਪੈ ਸਕਦਾ। ਬਹੁਤ ਬਹੁਤ ਸ਼ੁਕਰੀਆ ਗੁਰਨਾਮ ਸਿੰਘ ਬਿਲਗਾ ਜੀ, ਤੁਸੀਂ ਸਾਡੇ ਨਾਲ ਸਮਾਂ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਚਾਨਣ ਪਾਇਆ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਲੈ ਕੇ ਇਸੇ ਪ੍ਰੋਗਰਾਮ ਵਿੱਚ ਕੁਝ ਹੋਰ ਚਰਚਾਵਾਂ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।